ਬਹਿਬਲ ਕਲਾਂ ਪਿੰਡ ਵਿੱਚ ਜੋ ਕਾਂਡ ਹੋਇਆ, ਉੱਥੇ 2 ਜੀ ਮਾਰੇ ਗਏ ਬਿਨਾਂ ਮਤਲਬ ਤੋਂ, ਜਿਨ੍ਹਾਂ 'ਚੋਂ ਇੱਕ ਗੁਰਜੀਤ ਸਿੰਘ ਤਾਂ ਕਹਿੰਦੇ ਅਮਰੀਕਾ ਤੋਂ ਆਇਆ ਸੀ ਅਤੇ ਉੱਥੇ ਧਰਨੇ 'ਤੇ ਬੈਠੇ ਲੋਕਾਂ ਲਈ ਲੰਗਰ ਹੀ ਲੈ ਕੇ ਗਿਆ ਸੀ। ਬੜੀ ਛੋਟੀ ਉਮਰ ਦਾ ਮੁੰਡਾ ਨੌਜਵਾਨ ਸੀ। ਅਤੇ ਉਹਦੇ ਲਈ ਜੋ ਜਾਂਚ ਕਮੇਟੀਆਂ ਬਣੀਆਂ, ਜਿਸ ਕਿਸਮ ਦੀ ਜਾਂਚ ਚੱਲੀ, ਕਦੇ ਉਹ ਬਾਦਲ ਸਰਕਾਰ ਨੇ ਨਹੀਂ ਸਵੀਕਾਰ ਕੀਤੀ, ਇਗਨੋਰ ਕੀਤਾ, ਉਹਨਾਂ ਨੇ ਅਣਗੌਲਿਆ ਕੀਤਾ। ਅਤੇ ਕਦੇ ਕੁਝ ਹੁੰਦਾ ਰਿਹਾ, ਕਦੇ ਕੁਝ ਹੁੰਦਾ ਰਿਹਾ। ਹੁਣ ਵੀ ਉਹ ਸਾਰਾ ਕੁਝ ਨਵੇਂ ਸਿਰਿਓਂ ਹੋ ਕੇ ਫਿਰ ਚੈਲੰਜ ਹੋ ਰਿਹਾ ਹੈ। ਅਤੇ ਕਿਸੇ ਵੱਡੇ ਬੰਦੇ ਨੂੰ ਹੱਥ ਕਿਉਂ ਨਹੀਂ ਪੈਂਦਾ? ਸਿੱਧਾ ਸ਼ਨਾਖਤ ਸਪਸ਼ਟ ਰੂਪ ਵਿੱਚ ਸਿੱਧਾ ਕੱਢ ਕੇ ਬਾਹਰ ਕਿਉਂ ਨਹੀਂ ਆਖਿਆ ਜਾਂਦਾ ਕਿ ਆਹ ਵੱਡਾ ਕੱਦਾਵਰ ਬੰਦਾ, ਕੱਦਾਵਰ ਅਧਿਕਾਰੀ ਜਾਂ ਕੱਦਾਵਰ ਸਿਆਸੀ ਨੇਤਾ ਜਾਂ ਮੰਤਰੀ ਜਾਂ ਮੁੱਖ ਮੰਤਰੀ ਸ਼ਾਮਲ ਨੇ, ਉਹਨਾਂ ਦੇ ਉੱਤੇ ਉਂਗਲ ਕਿਉਂ ਨਹੀਂ ਧਰੀ ਜਾਂਦੀ? ਛੋਟੇ ਛੋਟੇ ਅਧਿਕਾਰੀਆਂ 'ਤੇ ASI ਹੋ ਗਿਆ, DSP ਹੋ ਗਿਆ, ਇੱਥੇ ਤੱਕ ਆ ਕੇ ਗੱਲ ਕਿਉਂ ਮੁੱਕ ਜਾਂਦੀ ਹੈ? ਬਹਿਬਲ ਕਲਾਂ ਦੇ ਪਿੱਛੇ ਵੀ ਬਹੁਤ ਸਾਰਾ ਇਤਿਹਾਸ ਹੈ। ਇੱਕ ਪਰਿਵਾਰ ਦਾ, ਇੱਕ ਪੋਲੀਟੀਕਲ ਪਾਰਟੀ ਦਾ ਜਿਹੜਾ ਉਹ ਕਬਜ਼ਾ ਜਿਹੜਾ ਹੈ ਸਿੱਖ ਸਿਆਸਤ ਦੇ ਉੱਤੇ ਇਹ ਕੋਈ ਦਹਾਕਿਆਂ ਤੋਂ ਜਿਹੜਾ ਆ ਉਹ ਲਗਾਤਾਰ ਚੱਲ ਰਿਹਾ ਸੀ। ਅਤੇ ਸਿੱਖਾਂ ਨੇ ਉਹਦੀ ਮੇਰੇ ਖਿਆਲ ਦੁਨੀਆ ਦੇ ਕਿਸੇ ਹੀ ਹਿੱਸੇ ਦੇ ਵਿੱਚ ਵੀ ਇੱਕ ਪਰਿਵਾਰ ਨੂੰ ਲੋਕਤੰਤਰ ਯੁੱਗ ਦੇ ਵਿੱਚ ਇੰਨੀਆਂ ਪਾਵਰਾਂ ਕਦੀ ਨਹੀਂ ਦਿੱਤੀਆਂ। ਕਿਸਾਨ ਸੰਘਰਸ਼, ਨਵੇਂ ਖੇਤੀ ਬਿੱਲਾਂ ਨੂੰ ਲੈ ਕੇ ਜੋ ਸਾਡੀ ਕੇਂਦਰ ਦੀ BJP ਸਰਕਾਰ ਨੇ ਲਿਆਂਦੇ ਨੇ, ਨਵੇਂ ਕਾਨੂੰਨ ਲਿਆਂਦੇ ਨੇ, ਅਤੇ ਸਰਕਾਰ ਵੱਲੋਂ ਤਾਂ ਪ੍ਰਚਾਰ ਕੀਤਾ ਜਾ ਰਿਹਾ ਸਮੇਤ ਸ਼੍ਰੋਮਣੀ ਅਕਾਲੀ ਦਲ ਪ੍ਰਚਾਰ ਕੀਤਾ ਜਾ ਰਿਹਾ ਕਿ ਉਹ ਕਿਸਾਨਾਂ ਦੇ ਹਿੱਤ ਵਿੱਚ ਨੇ। ਅਤੇ ਇਹ ਬੜੀ ਹੈਰਤ ਵਾਲੀ ਗੱਲ ਹੈ ਕਿ ਕਿਸਾਨਾਂ ਨੂੰ ਉਹਨਾਂ ਦੇ ਲਾਭ ਨਹੀਂ ਨਜ਼ਰ ਆ ਰਹੇ। ਪਹਿਲੀ ਵਾਰੀ ਇਸ ਕਿਸਮ ਦਾ ਟਕਰਾਅ ਹੋ ਰਿਹਾ ਹੈ ਕਿ ਕਿਸਾਨਾਂ ਨੂੰ ਦੱਸਿਆ ਜਾ ਰਿਹਾ ਕਿ ਅਸੀਂ ਤੁਹਾਡੇ ਫਾਇਦੇ ਦੀ ਗੱਲ ਕੀਤੀ ਹੈ, ਅਤੇ ਕਿਸਾਨ ਕਹਿ ਰਹੇ ਨੇ ਨਹੀਂ, ਇਹ ਸਾਡੇ ਫਾਇਦੇ ਦੀ ਨਹੀਂ, ਇਹ ਸਾਰੇ ਲੋਕਾਂ ਦੇ ਵਿਰੋਧ 'ਚ ਹੈ। ਅਤੇ ਇਸ ਵੇਲੇ ਵੀ ਕਿਸਾਨ ਅੰਦੋਲਨ, ਕਿਸਾਨ ਮਜ਼ਦੂਰ ਉਹਨਾਂ ਨਾਲ ਨੇ, ਹੋਰ ਭਾਈਚਾਰਿਆਂ ਦੇ ਲੋਕ ਨੇ, ਮੁਸਲਮਾਨ ਕਾਫਲੇ ਬਣ ਕੇ ਮੁਸਲਮਾਨ ਵੀਰ ਵੀ ਸ਼ਾਮਲ ਹੋ ਰਹੇ ਨੇ, ਆੜਤੀਏ, ਛੋਟੇ ਦੁਕਾਨਦਾਰ, ਸਾਰੇ ਇਸ ਸੰਘਰਸ਼ ਵਿੱਚ ਕੁੱਦ ਪਏ ਨੇ। ਅਤੇ ਇਹਨਾਂ ਹੀ ਦਿਨਾਂ ਵਿੱਚ ਫਿਰ ਸਰਹੰਦ ਕੋਲੇ ਤਖਾਣ ਮਾਜਰਾ ਅਤੇ ਪਿੰਡ ਜੱਲਾ ਵਿੱਚ ਫਿਰ ਬੇਅਦਬੀ ਦੀ ਘਟਨਾ ਵਾਪਰਦੀ ਹੈ। ਅਤੇ ਕੀ ਲੋਕ ਅੰਦੋਲਨਾਂ ਵੇਲੇ ਹੀ ਇਹੋ ਜਿਹਾ ਕੁਝ ਵਾਪਰਨਾ? ਅਤੇ ਹੁਣ ਤੁਹਾਡੇ ਮੁਤਾਬਕ ਕੌਣ ਕਰਵਾ ਰਿਹਾ ਇਹ ਘਟਨਾਵਾਂ? ਜਦੋਂ ਇਹ ਘਟਨਾ ਹੋਈ ਅਤੇ ਇਹਦੀ ਜਿਹੜਾ ਆ ਇਸ ਨੂੰ ਪੁਲਿਸ ਦੇ ਜ਼ੋਰ ਨਾਲ, ਐਡਮਿਨਿਸਟ੍ਰੇਸ਼ਨ ਦੇ ਜ਼ੋਰ ਨਾਲ ਦਬਾਉਣ ਦਾ ਜਿਹੜਾ ਉਹ ਯਤਨ ਕੀਤਾ ਅਕਾਲੀ ਸਰਕਾਰ ਨੇ ਕਿ ਜੇਕਰ ਭਾਈ ਤੁਹਾਡੇ ਮੰਤਰੀ ਦਾ ਕੋਈ ਕੁੱਤਾ ਗੁੰਮ ਹੋ ਜਾਂਦਾ ਆ, ਤੁਸੀਂ ਕਿੰਨਾ ਜਿਹੜਾ ਆ ਉਹਦਾ ਜ਼ੋਰ ਲਾ ਕੇ ਉਹਨੂੰ ਸ਼ਾਮ ਤੱਕ SHO ਦੀ ਡਿਊਟੀ ਲਾਉਣੇ ਕੋ ਪਤਾ ਕਰੇ ਕਿ ਜੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋ ਗਿਆ ਆ, ਚੋਰੀ ਹੋਣ ਤੋਂ ਬਾਅਦ ਉਹ ਕੰਧਾਂ ਉੱਤੇ ਪੋਸਟਰ ਲਾਏ ਜਾ ਰਹੇ ਨੇ ਅਤੇ ਵੰਗਾਰਿਆ ਜਾ ਰਿਹਾ ਆ ਪੰਥ ਨੂੰ। ਅਤੇ ਇੰਨੀ ਜਿਹੜੀ ਇਹ ਧਾਰਮਿਕ ਇਹਦੀ ਸੀਗੀ ਜਿਹੜੀ ਸਿੱਖਾਂ ਦੀ ਇਹਦੇ ਪ੍ਰਤੀ ਪਹੁੰਚ ਸੀ, ਉਹਦਾ ਦਿਸਣਾ ਚਾਹੀਦਾ ਸੀ ਐਕਸ਼ਨ 'ਚੋਂ। ਅਕਾਲੀ ਦਲ ਨੇ ਉਸ ਨੂੰ ਲਗਾਤਾਰ ਇਗਨੋਰ ਕੀਤਾ। ਸੱਤਾ ਦੇ ਨਸ਼ੇ ਦੇ ਵਿੱਚ ਇਹਨਾਂ ਨੇ ਸੋਚਿਆ ਕਿ ਇਹ ਜਿਹੜੇ ਲੋਕ ਨੇ ਇਹ ਬੜੇ ਹਿੱਸਿਆਂ 'ਚ ਵੰਡੇ ਹੋਏ ਨੇ ਅਤੇ ਸਾਨੂੰ ਇਹਨਾਂ ਤੋਂ ਕੋਈ ਜਿਹੜਾ ਖਤਰਾ ਨਹੀਂ। ਉਹ ਜਦੋਂ ਵੀ ਕੋਈ ਗੱਲ ਹੁੰਦੀ ਸੀ ਉਹ ਕੇਂਦਰ ਨੂੰ ਪਿਛਲੇ ਖਾੜਕੂਵਾਦ ਦਾ ਜਿਹੜਾ ਆ ਦੌਰ ਦਿਖਾ ਕੇ ਉਹ ਚੁੱਪ ਕਰਾ ਦਿੰਦੇ ਸੀ। ਸਤਿ ਸ਼੍ਰੀ ਅਕਾਲ ਜੀ। TV ਪੰਜਾਬ ਲਈ ਮੈਂ ਦਵੀ ਦਵਿੰਦਰ ਕੌਰ। ਬਹਿਬਲ ਕਲਾਂ ਕਾਂਡ ਜੋ 14 ਅਕਤੂਬਰ 2015 ਨੂੰ ਵਾਪਰਿਆ ਸੀ, ਜਿੱਥੇ 2 ਵਿਅਕਤੀ ਗੋਲੀਆਂ ਮਾਰ ਕੇ ਮਾਰ ਦਿੱਤੇ ਗਏ ਸਨ। ਸ਼ਾਂਤ ਰੋਹ ਸੀ ਲੋਕਾਂ ਦਾ ਅਤੇ ਉਹ ਸ਼ਾਂਤ ਜਿਹਾ ਧਰਨਾ ਦੇ ਰਹੇ ਸਨ। ਉਹ ਮੰਗ ਰਹੇ ਸੀ ਜਾਂਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ। ਇਸ ਤੋਂ ਪਹਿਲਾਂ ਕਈ ਘਟਨਾਵਾਂ ਵਾਪਰ ਕੇ ਹਟੀਆਂ ਸਨ ਅਤੇ ਬੰਦਿਆਂ ਦੀ ਸ਼ਨਾਖਤ ਹੋਣ ਦੇ ਬਾਵਜੂਦ, ਵਾਰ-ਵਾਰ ਸਿੱਟ ਬਣਨ ਦੇ ਬਾਵਜੂਦ, ਸਾਰਾ ਕੁਝ ਸਪਸ਼ਟ ਹੋਣ ਦੇ ਬਾਵਜੂਦ ਉਹ ਜਾਂਚ ਕਿਸੇ ਤਣ ਪੱਤਣ ਨਹੀਂ ਲੱਗੀ। ਗੱਲ ਕਿਤੇ ਵੀ ਨਹੀਂ ਨਿਬੜੀ, ਕਿਸੇ ਨੂੰ ਸਜ਼ਾ ਨਹੀਂ ਹੋਈ, ਕਿਸੇ ਦੀ ਪ੍ਰਤੱਖ ਤੌਰ 'ਤੇ ਆਫੀਸ਼ੀਅਲੀ ਸ਼ਨਾਖਤ ਨਹੀਂ ਕੀਤੀ ਗਈ ਦੋਸ਼ੀਆਂ ਦੀ, ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ। ਅਤੇ ਇਹਦੇ ਵਿੱਚ ਕਿਹੜੀਆਂ ਵੱਡੀਆਂ ਧਿਰਾਂ ਸ਼ਾਮਲ ਸਨ, ਕਿਹਨਾਂ ਦੀ ਪੁਸ਼ਤ ਪਨਾਹੀ ਸੀ, ਸਭ ਕੁਛ ਲੋਕਾਂ ਨੂੰ ਤਾਂ ਜ਼ਾਹਿਰ ਹੈ, ਪਰ ਸੱਤਾ ਉਸ ਮਾਮਲੇ ਵਿੱਚ ਕੁਝ ਵੀ ਨਹੀਂ ਕਰ ਰਹੀ। 5 ਸਾਲ ਮਗਰੋਂ ਅੱਜ ਅਸੀਂ ਗੱਲਬਾਤ ਕਰਦੇ ਹਾਂ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਡਾਕਟਰ ਖੁਸ਼ਹਾਲ ਸਿੰਘ ਹੋਰਾਂ ਨਾਲ। ਖੁਸ਼ਹਾਲ ਸਿੰਘ ਜੀ, TV ਪੰਜਾਬ ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਖੁਸ਼ਹਾਲ ਸਿੰਘ ਜੀ, ਬਹਿਬਲ ਕਲਾਂ ਕਾਂਡ ਨੂੰ 5 ਸਾਲ ਹੋ ਚੁੱਕੇ ਨੇ ਅਤੇ ਹਾਲੇ ਕਿਸੇ ਵੀ ਤਣ ਪੱਤਣ ਨਹੀਂ ਲੱਗੀ ਗੱਲ, ਲੋਕਾਂ ਨੂੰ ਨਿਆਂ ਨਹੀਂ ਮਿਲਿਆ। ਲੋਕ ਧਾਰਮਿਕ ਤੌਰ 'ਤੇ
ਹਰਟ ਹੋਏ, ਉਹਨਾਂ ਨੂੰ ਠੇਸ ਪਹੁੰਚੀ ਜਾਂ ਬੇਅਦਬੀ ਵਾਰ-ਵਾਰ ਹੁੰਦੀ ਹੈ ਜਦੋਂ, ਤਾਂ ਉਹ ਕਿਸੇ ਤਣ ਪੱਤਣ ਨਹੀਂ ਜਦੋਂ ਜਾਂਚ ਲੱਗਦੀ, ਤੇ ਇਸ ਮਾਮਲੇ ਵਿੱਚ ਵੀ ਕਿਸੇ ਪਾਸੇ ਵੀ ਜਾਂਚ ਨਹੀਂ ਲੱਗੀ, ਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਆ? ਮੈਂ ਇਸ ਨੂੰ ਇਹਦੇ ਪਿਛੋਕੜ 'ਚ ਦੇਖਦਾ ਕਿ ਸਿੱਖਾਂ ਦਾ ਜਿਹੜਾ ਆ ਉਹ ਕਿਸ ਤਰ੍ਹਾਂ ਦਾ ਰਿਸਪੌਂਸ ਹੁੰਦਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ। ਜੀ। ਮੈਂ ਥੋੜਾ ਇਤਿਹਾਸ 'ਚ ਜਾਣਾ ਚਾਹੁੰਦਾ। ਹੂੰ। ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਜੀ, ਜੀ। ਕੁਝ ਜ਼ੀਰੋ ਪੀਰੀਅਡ ਇਤਿਹਾਸ 'ਚ ਕਿਹਾ ਜਾਂਦਾ ਕਿ ਹੂੰ। 30-35 ਸਾਲ ਅਜਿਹੇ ਸੀ ਕਿ ਸਿੱਖ ਹੂੰ। ਚੁੱਪਚਾਪ ਆਪਣੇ ਘਰਾਂ ਦੇ ਵਿੱਚ ਕੰਮ ਕਰ ਰਹੇ ਸੀਗੇ ਤੇ ਕੋਈ ਪੋਲੀਟੀਕਲ ਐਕਟੀਵਿਟੀ ਵੱਡੀ ਨਹੀਂ ਹੋਈ, ਉਹਦੇ ਵਿੱਚ ਕੋਈ ਟਕਰਾਅ ਨਹੀਂ ਹੋਇਆ ਮੁਗਲ ਸਟੇਟ ਦੇ ਨਾਲ। ਉਸ ਐਡਾ ਵੱਡਾ ਮਤਲਬ ਭਾਣਾ ਵਾਪਰ ਗਿਆ ਸੀਗਾ ਇਹ ਖਾਲਸਾ ਰਾਜ ਸਥਾਪਿਤ ਹੋਣ ਤੋਂ ਬਾਅਦ। ਉਹ ਸਾਰਾ ਜਿਹੜਾ ਦੌਰ ਹੈ ਇੱਕ ਹਕੂਮਤ ਦਾ ਜ਼ਬਰ ਦਾ ਦੌਰ ਚੱਲਿਆ। ਇੱਥੇ ਜਿਹੜੇ ਆ ਦਿੱਲੀ ਤੱਕ ਸਿੱਖਾਂ ਦੇ ਸਿਰ ਕੱਟ ਕੇ ਜਿਹੜੇ ਲਿਜਾਏ ਗਏ, ਉਹ ਸਾਰਾ ਸਾਹਮਣੇ ਸੀਗਾ। ਉਹਦੇ ਬਾਵਜੂਦ ਵੀ ਸਿੱਖਾਂ ਦੀ ਸਮਾਜ ਹੈ ਜਿਹੜਾ ਉਹ ਬੜੀ ਸ਼ਾਂਤੀ ਨਾਲ ਰਹਿ ਰਿਹਾ ਸੀਗਾ। ਤੇ ਜਦੋਂ ਮੁਗਲ ਹਕੂਮਤ ਨੇ ਦਰਬਾਰ ਕਰਤਾਰਪੁਰ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਉੱਥੇ ਹੋਇਆ ਤਾਂ ਉੱਥੇ ਅਗਨ ਭੇਟ ਹੋਏ ਗੁਰਦੁਆਰਾ ਥੰਮ ਸਾਹਿਬ ਦੇ ਵਿੱਚ ਜਦੋਂ ਹੋਇਆ, ਤਾਂ ਉਹਦਾ ਰਿਸਪੌਂਸ ਫਿਰ ਸਿੱਖਾਂ ਨੇ ਬੜਾ ਦਿੱਤਾ। ਜਿਹੜੇ ਸਿੱਖਾਂ ਦੇ ਜਥੇ ਸੀ ਉਹ ਜੰਗਲਾਂ ਚੋਂ ਘਰਾਂ ਚੋਂ ਬਾਹਰ ਆ ਕੇ ਮੁਗਲ ਫੌਜ ਨਾਲ ਟਕਰਾਉਣ ਲੱਗ ਗਏ। ਤੇ ਉਹ ਥੋੜੇ ਸਮੇਂ ਦੇ ਵਿੱਚ 20-25 ਸਾਲਾਂ ਦੇ ਵਿੱਚ ਉਹ ਜਿਹੜਾ ਆ ਉਹ ਵੱਡਾ ਥ੍ਰੈਟ ਬਣ ਗਏ ਹਿਸਟਰੀ ਦੇ ਵਿੱਚ। ਪੰਜਾਬ 'ਚ ਉਹਨਾਂ ਨੇ ਰਾਜ ਕੀਤਾ। ਸੋ ਸਿੱਖਾਂ ਦਾ ਰਿਸਪੌਂਸ ਬੜਾ ਵੱਖਰਾ ਹੁੰਦਾ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਉਹਨਾਂ ਨੂੰ ਸੋਚਦੇ, ਕਿਉਂਕਿ ਉਹ ਜ਼ਾਹਰਾ ਜੂਰ ਜਿਹੜਾ ਆ ਉਹ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਪ੍ਰਤੱਖ ਗੁਰੂ ਨੇ ਮੰਨਦੇ ਆ। ਸੋ ਜਿਹੜੀ ਅਸੀਂ ਗੱਲ ਕਰਦੇ ਹਾਂ ਬਾਈਬਲ ਕਲਾਂ ਦੀ, ਬਾਈਬਲ ਕਲਾਂ ਦੇ ਪਿੱਛੇ ਵੀ ਬਹੁਤ ਸਾਰਾ ਇਤਿਹਾਸ ਹੈ। ਇੱਕ ਪਰਿਵਾਰ ਦਾ, ਇੱਕ ਪੋਲੀਟੀਕਲ ਪਾਰਟੀ ਦਾ ਜਿਹੜਾ ਉਹ ਕਬਜ਼ਾ ਜਿਹੜਾ ਹੈ ਸਿੱਖ ਸਿਆਸਤ ਦੇ ਉੱਤੇ ਇਹ ਕੋਈ ਦਹਾਕਿਆਂ ਤੋਂ ਜਿਹੜਾ ਆ ਉਹ ਲਗਾਤਾਰ ਚੱਲ ਰਿਹਾ ਸੀ। ਤੇ ਸਿੱਖਾਂ ਨੇ ਉਹਦੀ ਮੇਰੇ ਖਿਆਲ ਦੁਨੀਆ ਦੇ ਕਿਸੇ ਹਿੱਸੇ ਦੇ ਵਿੱਚ ਵੀ ਇੱਕ ਪਰਿਵਾਰ ਨੂੰ ਲੋਕਤੰਤਰ ਯੁੱਗ ਦੇ ਵਿੱਚ ਇੰਨੀਆਂ ਪਾਵਰਾਂ ਕਦੀ ਨਹੀਂ ਦਿੱਤੀਆਂ। ਸਿੱਖਾਂ ਵਰਗੀ ਸੁਸਾਇਟੀ ਆਪਾਂ ਨਾ ਹੀ ਕਿਉਂ ਨਾ ਲੈ ਲਈਏ ਉਸ ਪਰਿਵਾਰ ਦਾ, ਪ੍ਰਤੱਖ ਹੈ ਜੀ। ਹਾਂਜੀ, ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਪਰਿਵਾਰ ਹੈ ਉਹ ਜਿਹੜਾ ਆ ਉਹ ਮੈਂ ਇੱਕ ਫਨੋਮਨਾ ਜਿਹੜਾ ਆ ਸੰਤ ਫਤਿਹ ਸਿੰਘ ਤੋਂ ਸ਼ੁਰੂ ਹੋਇਆ, ਕਿਉਂਕਿ ਸੰਤ ਫਤਿਹ ਸਿੰਘ ਨੇ ਇਹ ਦੌਰ ਆਰੰਭ ਕਰ ਦਿੱਤਾ ਸੀ ਜਿਹਦੇ ਵਿੱਚੋਂ ਉਹ ਜਿਹੜਾ ਆ ਜਿਸ ਫਨੋਮਨੇ ਦੀ, ਜਿਸ ਵਰਤਾਰੇ ਦੀ ਪ੍ਰਤੀਨਿਧਤਾ ਕਰਦੇ ਪ੍ਰਕਾਸ਼ ਸਿੰਘ ਬਾਦਲ ਇੱਥੇ ਪਹੁੰਚੇ ਆ, ਉਹਦੇ ਬੀਜ ਤਾਂ ਜਿਹੜੇ ਆ ਉਹ ਸੰਤ ਫਤਿਹ ਸਿੰਘ ਨੇ ਉਸ ਤੋਂ ਪਹਿਲਾਂ ਪਾ ਦਿੱਤੇ ਸੀਗੇ। ਸੋ ਉਹਦੇ ਵਿੱਚ ਸਿੱਖਾਂ ਨੇ ਸਾਰੀ ਜਿਹੜੀ ਪੋਲੀਟੀਕਲ ਪੰਜਾਬ ਦੀ ਪਾਵਰ ਹੈ ਉਹ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੀ, ਤੇ ਜਿਹੜੀ ਧਾਰਮਿਕ ਪਾਵਰ ਹੈ ਜਿਹਦੇ ਉਹ ਐਲੀਜੀਬਲ ਹੀ ਨਹੀਂ ਸੀਗਾ, ਉਹ ਐਲੀਜੀਬਲ ਨਹੀਂ ਸੀਗਾ। ਜੇ ਐਲੀਜੀਬਲ ਹੁੰਦਾ ਚਲ ਟੌੜਾ ਸਾਹਿਬ ਵੀ ਬਹੁਤ। ਤੁਹਾਡਾ ਐਲੀਜੀਬਿਲਟੀ ਤੋਂ ਕੀ ਮਤਲਬ ਹੈ? ਐਲੀਜੀਬਿਲਟੀ ਹੈ ਕਿ ਸਿੱਖਾਂ ਦੇ ਉਹ ਜਿਹੜੇ ਧਾਰਮਿਕ ਅਕੀਦੇ ਹੈ, ਧਾਰਮਿਕ ਉਹਨਾਂ ਦੀਆਂ ਰਸਮਾਂ ਨੇ, ਉਹਨਾਂ ਦੀ ਰਹਿਤ ਮਰਿਆਦਾ ਹੈ, ਉਹਦੇ ਬਾਰੇ ਕੋਈ ਉਹਨੂੰ ਪਤਾ ਹੋਵੇ, ਕੋਈ ਮਤਲਬ ਉਹਦੇ ਬਾਰੇ ਸੁਹਿਰਦਤਾ ਰੱਖਦਾ ਹੋਵੇ ਤਾਂ ਹੀ ਹੈ ਨਾ, ਉਹ ਤਾਂ ਹੀ ਉਹਦੀ ਰਾਖੀ ਕਰ ਸਕੇਗਾ। ਇੱਥੇ ਇੱਕ ਉਹਨਾਂ ਦਾ ਸਭ ਤੋਂ ਜਿਹੜਾ ਵੱਡਾ ਦੁਖਾਂਤ ਆਇਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਇਨਕਲਾਬ ਚੋਂ ਨਿਕਲੀ ਹੋਈ ਚੀਜ਼ ਸੀਗੀ। ਅਸੀਂ ਕੱਲ ਮਨਾ ਕੇ ਹਟਿਆ, ਪਰਸੋਂ ਮਨਾ ਕੇ ਹਟਿਆ, ਉਹ 100 ਸਾਲਾ ਇੱਕ ਇਨਕਲਾਬੀ ਕਦਮ ਸੀਗਾ ਜਿਹੜਾ ਦਲਿਤਾਂ ਦਾ ਪ੍ਰਵੇਸ਼ ਤੋਂ ਇਲਾਵਾ ਵੀ ਜਿਹੜਾ ਪੁਜਾਰੀਆਂ ਨੇ ਧਰਮ ਦੇ ਉੱਤੇ ਗਲਬਾ ਪਾ ਰੱਖਿਆ ਸੀਗਾ, ਤੇ ਉਹਦੇ ਖਿਲਾਫ ਜਿਹੜਾ ਆਮ ਸਿੱਖਾਂ ਦੇ ਵਿੱਚ ਭਾਵੇਂ ਉਹਦੇ ਵਿੱਚ ਦਲਿਤ ਸਿੱਖ ਅੱਗੇ ਆਏ, ਪਰ ਉਹਨੂੰ ਲੀਡ ਕਰਨ ਵਾਲੇ ਸਾਰੇ ਜਿਹੜੇ ਆ ਉਹ ਉੱਚੇ ਵਰਗਾਂ ਤੋਂ ਸੀਗੇ। ਜੇ ਕਰਤਾਰ ਸਿੰਘ ਝੱਬਰ ਜਿਹੜਾ ਉੱਥੇ ਡਾਂਗ ਖੜ ਕੇ ਖੜਾ ਸੀਗਾ ਉਹ ਵਿਰਕ ਸੀਗਾ, ਜੱਟ ਸੀਗਾ। ਇਸੇ ਤੇਜਾ ਸਿੰਘ ਜੀ ਖੱਤਰੀ ਸੀਗੇ, ਬਾਬਾ ਹਰਕਿਸ਼ਨ ਸਿੰਘ ਖੱਤਰੀ ਸੀ, ਜਿਹੜੇ ਪ੍ਰੋਫੈਸਰ ਸੀਗੇ ਖਾਲਸਾ ਕਾਲਜ ਦੇ, ਉਹ ਸਾਰੇ ਉਤਲੇ ਵਰਗਾਂ ਚ ਸੀ। ਲੇਕਿਨ ਉਹਨਾਂ ਨੂੰ ਧਰਮ ਦੀ ਤੇ ਗੁਰੂ ਸਿਧਾਂਤ ਦਾ ਪਤਾ ਸੀਗਾ। ਉਹ ਸਾਰਾ ਸਮਾਂ ਜਿਹੜਾ ਆ ਉਹਨਾਂ ਨੇ ਉਹ ਸਿਰਦਤਾ ਦੇਖੀ ਜਦੋਂ ਉਹਨਾਂ ਕੋਲ ਇਹ ਮਸਲਾ ਆਇਆ ਕਿ ਦਲਿਤਾਂ ਦੀ ਐਂਟਰੀ ਬੈਨ ਕੀਤੀ ਹੋਈ ਹੈ, ਤੇ ਉਹ ਅੱਗੇ ਲੱਗ ਕੇ ਉਹਨਾਂ ਨੇ ਸਾਰਾ ਜਿਹੜਾ ਹੈ ਅਗਵਾਈ ਕੀਤੀ ਇਸ ਚੀਜ਼ ਦੀ। ਸੋ ਉਹ ਜਿਹੜੀ ਅਸੀਂ ਕਹਿੰਦੇ ਏਡੀ ਵੱਡੀ ਜਿਹੜੀ ਜਥੇਬੰਦੀ, ਇਨਕਲਾਬੀ ਜਥੇਬੰਦੀ ਹੈ, ਤੇ ਜਿਹੜੇ ਲੋਕ ਉਹਦੇ ਜਨਮ ਤੋਂ ਉਹਦਾ ਵਿਰੋਧ ਕਰ ਰਹੇ ਸੀ, ਜਿਹੜੇ ਉਦੋਂ ਦਲਿਤਾਂ ਦੀ ਐਂਟਰੀ ਰੋਕ ਰਹੇ ਸੀ, ਐਵੇਂ ਦੇ ਅਨਮਤੀ ਗੁਰੂ ਮਤ ਦੇ ਉਲਟ ਕਦਮ ਕਰਦੇ ਸੀ, ਉਹਨਾਂ ਦੇ ਨਾਲ ਪੋਲੀਟੀਕਲ ਗੱਠਜੋੜ ਕਰ ਲਿਆ ਪ੍ਰਕਾਸ਼ ਸਿੰਘ ਬਾਦਲ ਨੇ ਸੰਤ ਸਮਾਜ ਦੇ ਨਾਲ। ਉਹ ਸੰਤ ਸਮਾਜ ਦਾ ਉਹੀ ਹਿੱਸਾ ਸੀ ਜਿਹੜੇ ਲੋਕ ਉਦੋਂ ਦਰਬਾਰ ਸਾਹਿਬ ਤੇ ਨਿਰਮਲੇ ਉਦਾਸੀ ਵਗੈਰਾ ਉੱਥੇ ਕਾਬਿਲ ਸੀਗੇ, ਉਹਨਾਂ ਨਾਲ ਜਾ ਕੇ ਜੋ ਹੋ ਗਿਆ,
ਤਾਂ ਉਹਨਾਂ ਨੇ ਉਹਦੇ ਤੇ ਟੇਕ ਰੱਖਣੀ ਜਿਹੜੀ ਸ਼ੁਰੂ ਕਰਤੀ ਤੇ ਧਾਰਮਿਕ ਪਕੜ ਸੀ ਸ਼੍ਰੋਮਣੀ ਅਕਾਲੀ ਦਲ ਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਧਾਂਤਕ ਦੇ ਰੂਪ ਦੇ ਵਿੱਚ ਉਹ ਢਿੱਲੀ ਹੋ ਗਈ। ਉਹ ਐਵੇਂ ਦੇ ਲੋਕ ਕਾਬਜ ਹੋ ਗਏ ਜਿਹੜੇ ਉੱਥੇ ਨਹੀਂ ਸੀ ਮਤਲਬ ਹੋਣੇ ਚਾਹੀਦੇ। ਸੋ ਉਹਦੇ ਵਿੱਚੋਂ ਜਿਹੜਾ ਆ ਜਦੋਂ ਇਹ ਘਟਨਾ ਹੋਈ ਤੇ ਇਹਦੀ ਜਿਹੜਾ ਆ ਇਸ ਨੂੰ ਪੁਲਿਸ ਦੇ ਜ਼ੋਰ ਨਾਲ, ਐਡਮਿਨਿਸਟ੍ਰੇਸ਼ਨ ਦੇ ਜ਼ੋਰ ਨਾਲ ਦਬਾਉਣ ਦਾ ਜਿਹੜਾ ਉਹ ਯਤਨ ਕੀਤਾ ਅਕਾਲੀ ਸਰਕਾਰ ਨੇ। ਫਰਜ਼ ਤਾਂ ਇਹ ਬਣਦਾ ਸੀਗਾ ਕਿ ਜੇਕਰ ਭਾਈ ਤੁਹਾਡੇ ਮੰਤਰੀ ਦਾ ਕੋਈ ਕੁੱਤਾ ਗੁੰਮ ਹੋ ਜਾਂਦਾ ਆ, ਤੁਸੀਂ ਕਿੰਨਾ ਜਿਹੜਾ ਆ ਉਹਦਾ ਜ਼ੋਰ ਲਾ ਕੇ ਉਹਨੂੰ ਸ਼ਾਮ ਤੱਕ SHO ਦੀ ਡਿਊਟੀ ਲਾਉਣੇ ਕੋ ਪਤਾ ਕਰੇ। ਤੇ ਜੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋ ਗਿਆ ਆ, ਚੋਰੀ ਹੋਣ ਤੋਂ ਬਾਅਦ ਉਹ ਕੰਧਾਂ ਉੱਤੇ ਪੋਸਟਰ ਲਾਏ ਜਾ ਰਹੇ ਨੇ ਤੇ ਵੰਗਾਰਿਆ ਜਾ ਰਿਹਾ ਆ ਪੰਥ ਨੂੰ, ਤੇ ਇੰਨੀ ਜਿਹੜੀ ਇਹ ਧਾਰਮਿਕ ਇਹਦੀ ਸੀਗੀ ਜਿਹੜੀ ਸਿੱਖਾਂ ਦੀ ਇਹਦੇ ਪ੍ਰਤੀ ਪਹੁੰਚ ਸੀ, ਉਹਦਾ ਦਿਸਣਾ ਚਾਹੀਦਾ ਸੀ ਐਕਸ਼ਨ ਚੋਂ। ਅਕਾਲੀ ਦਲ ਨੇ ਉਸ ਨੂੰ ਲਗਾਤਾਰ ਇਗਨੋਰ ਕੀਤਾ। ਸੱਤਾ ਦੇ ਨਸ਼ੇ ਦੇ ਵਿੱਚ ਇਹਨਾਂ ਨੇ ਸੋਚਿਆ ਕਿ ਇਹ ਜਿਹੜੇ ਲੋਕ ਨੇ ਇਹ ਬੜੇ ਹਿੱਸਿਆਂ 'ਚ ਵੰਡੇ ਹੋਏ ਨੇ ਤੇ ਸਾਨੂੰ ਇਹਨਾਂ ਤੋਂ ਕੋਈ ਜਿਹੜਾ ਖਤਰਾ ਨਹੀਂ। ਉਹ ਜਦੋਂ ਵੀ ਕੋਈ ਗੱਲ ਹੁੰਦੀ ਸੀ ਉਹ ਕੇਂਦਰ ਨੂੰ ਪਿਛਲੇ ਖਾੜਕੂਵਾਦ ਦਾ ਜਿਹੜਾ ਆ ਦੌਰ ਦਿਖਾ ਕੇ ਉਹ ਚੁੱਪ ਕਰਾ ਦਿੰਦੇ ਸੀ। ਜਦੋਂ ਵੀ ਉਹਨੂੰ ਕੋਈ ਥ੍ਰੈਟ ਆਉਂਦਾ ਸੀਗਾ ਉਹਨਾਂ ਤੇ ਖਾਸ ਲੈਵਲ, ਖਾਸ ਈਡੀਅਮ ਦੇ ਵਿੱਚ ਉਹਨਾਂ ਨਾਲ ਨਰੇਟਿਵ ਸਿੱਧ ਕੇ, ਕਿਉਂਕਿ ਸਾਰਾ ਮੀਡੀਆ ਉਹਨਾਂ ਕੋਲ ਸੀ, ਪੈਸਾ ਉਹਨਾਂ ਕੋਲ ਸੀ, ਤਾਂ ਉਹ ਹਮੇਸ਼ਾ ਕੋਈ ਜਿਹੜਾ ਛੋਟਾ ਮੋਟਾ ਧੜਾ ਪੰਥ ਦੇ ਵਿੱਚ ਗੱਲ ਕਰਦਾ ਸੀ ਤੇ ਉਹਦੀ ਗੱਲ ਨੂੰ ਪਿੱਛੇ ਸਿੱਟ ਦਿੱਤਾ ਜਾਂਦਾ ਸੀ। ਨਹੀਂ, ਤੁਸੀਂ ਕੀ ਮੰਨਦੇ ਹੋ ਵੀ ਸਿਰਫ ਇਹ ਵੋਟਾਂ ਜਾਂ ਸੱਤਾ 'ਚ ਬਣੇ ਰਹਿਣ ਲਈ ਕਰਦਾ ਕਿਉਂਕਿ ਹੁਣ ਨਾਂ ਲਿਆ ਹੀ ਜਾ ਸਕਦਾ ਬਾਦਲ ਪਰਿਵਾਰ? ਨਹੀਂ, ਹਾਂਜੀ ਬਿਲਕੁਲ, ਉਹਨਾਂ ਦਾ ਤੇ ਇੱਕੇ ਸੀਗਾ ਸੱਤਾ ਤੇ ਵੱਧ ਤੋਂ ਵੱਧ ਜਿਹੜੇ ਪੰਜਾਬ ਦੇ ਆਰਥਿਕ ਸਰੋਤ ਨੇ ਉਹਨਾਂ ਦੇ ਉੱਤੇ ਜਿਹੜਾ ਆ ਉਹ ਕਬਜ਼ਾ ਕਰਨ ਦੇ। ਤੇ ਇਹ ਵੀ ਇੱਕ ਟ੍ਰੇਨ ਕਿਸਮ ਦਾ, ਮਤਲਬ ਜੇ ਕੋਈ ਸਿਆਣਾ CM ਹੋਵੇ, ਸਿਆਣਾ ਲੋਕ ਹੋਵੇ ਤੇ ਹੋਰ ਬੜੇ ਸਾਧਨ ਹੈਗੇ ਆ ਪੈਸਾ ਕਮਾਉਣ ਦੇ। ਜੇ ਇਹ ਜਿਹੜੇ ਸਾਧਨ ਇਹਨਾਂ ਨੇ ਪੈਸੇ ਕਮਾਉਣ ਦੇ ਕਰਾਏ ਗਏ, ਇਹ ਗਰੀਬਾਂ ਦਾ ਪੈਸਾ ਸੀਗਾ ਤੇ ਇਹਦੇ ਨਾਲ ਬਦਨਾਮੀ ਜ਼ਿਆਦਾ ਹੋਈ। ਅਕਾਲੀ ਦਲ ਦੀ ਬਦਨਾਮੀ ਹੋਈ, ਸਿੱਖਾਂ ਦੀ ਬਦਨਾਮੀ ਹੋਈ, ਕਿਉਂਕਿ ਜਦੋਂ ਇੱਕ CM ਢਾਬਿਆਂ ਤੇ ਕਬਜ਼ਾ ਕਰਨ ਲੱਗ ਜੇ, ਬੱਸਾਂ ਦੇ ਰੂਟਾਂ ਤੇ ਕਬਜ਼ਾ ਕਰਨ ਲੱਗ ਜੇ, ਜਿਹੜਾ ਪਬਲਿਕ ਹੈਗਾ ਆ, ਔਰ ਜਿਸ ਤਰ੍ਹਾਂ ਐਜੂਕੇਸ਼ਨ ਅਦਾਰਿਆਂ ਦੇ ਵਿੱਚ ਜਿਹੜਾ ਆ ਕੁਝ ਦਖਲਅੰਦਾਜ਼ੀ ਹੋਈ ਹੈ ਕੀਤੀ, ਇਹ ਸਾਰਾ ਕੁਝ ਸਿੱਖਾਂ ਦੇ ਵਿੱਚ ਇੱਕ ਇਹ ਤੁਸੀਂ ਇਹ ਗੱਲ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੇਲੇ ਉਹ ਜਿਹੜਾ ਸਿੱਖਾਂ ਦੇ 2 ਦਹਾਕਿਆਂ ਦਾ ਗੁੱਸਾ ਸੀਗਾ ਉਹ ਬਾਹਰ ਆ ਗਿਆ। ਨਹੀਂ, ਪਰ ਡਾਕਟਰ ਸਾਹਿਬ ਜਿਹੜੇ ਸੱਤਾ ਦਾ ਮਤਲਬ ਮੇਰਾ ਇੱਥੇ ਨਸ਼ੇ, ਪੈਸੇ ਦੇ ਨਸ਼ੇ ਤੋਂ ਹੈ। ਸੱਤਾ ਸਾਧਨਾ ਤੇ ਸੱਤਾ ਕਾਇਮ ਕਰਨੀ ਆਪਣੀ, ਸਾਰੇ ਸਾਧਨਾ ਤੇ ਪੰਜਾਬ ਕੋਲੇ ਲੈ ਦੇ ਕਿ ਖੇਤੀ ਹੈ ਜਾਂ ਨਿੱਕੇ ਮੋਟੇ ਹੋਰ ਰੁਜ਼ਗਾਰ ਨੇ, ਢਾਬਿਆਂ ਵਰਗੇ ਜਿਵੇਂ ਤੁਸੀਂ ਕਹਿ ਰਹੇ ਹੋ, ਤੇ ਇਹ ਤਾਂ ਸਾਰੀਆਂ ਹੀ ਪਾਰਟੀਆਂ ਸਾਧਨਾ ਤੇ ਸਰੋਤਾਂ ਤੇ ਕਬਜ਼ਾ ਕਰ ਰਹੀਆਂ ਨੇ, ਸਾਰੀਆਂ ਹੀ। ਪਰ ਮੈਂ ਇਹਦੇ ਨਾਲ ਇਹ ਗੱਲ ਕਰਨਾ ਚਾਹੁੰਦੀ ਹਾਂ ਕਿ ਜੇ ਤੁਹਾਨੂੰ ਉਦੋਂ ਚੇਤੇ ਹੋਵੇ 2015 ਵਿੱਚ ਨਰਮੇ ਤੇ ਜਿਹੜਾ ਚਿੱਟੀ ਮੱਖੀ ਦਾ ਹਮਲਾ ਹੋਇਆ ਸੀ ਜਾਂ ਨਕਲੀ ਕੀਟਨਾਸ਼ਕ ਵਿਕੇ ਸਨ, ਤੇ ਉਹ ਸਾਰੇ ਕੁਝ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦਾ ਬੜੀ ਸਫਲਤਾ ਨਾਲ ਬਠਿੰਡੇ ਵਿੱਚ ਧਰਨਾ, ਐਜੀਟੇਸ਼ਨ ਚੱਲ ਰਹੀ ਸੀ। ਤੇ ਇੱਕ ਨਿੱਕੀ ਜਿਹੀ ਖਬਰ ਆਈ ਸੀ ਉਸ ਪਾਸਿਓਂ ਹੀ ਕਿ ਔਰਤਾਂ, ਕਿਸਾਨ ਔਰਤਾਂ, ਕਿਰਤੀ ਔਰਤਾਂ ਬਠਿੰਡਾ ਤੋਂ ਜਿਹੜੇ ਆਪਣੇ ਪ੍ਰਤੀਨਿਧਤਾ ਕਰਦੇ ਨੇ ਵਿਧਾਨ ਸਭਾ, ਲੋਕ ਸਭਾ ਵਿੱਚ, ਹਰਸਿਮਰਤ ਕੌਰ ਬਾਦਲ, ਉਹਨਾਂ ਨੂੰ ਜਿੱਥੇ ਵੀ ਉਹ ਜਾਣਗੇ ਉਹਨਾਂ ਨੂੰ ਘੇਰਾਬੰਦੀ ਕੀਤੀ ਜਾਵੇਗੀ ਔਰਤਾਂ ਵੱਲੋਂ। ਤੇ ਅਗਲੇ ਦਿਨਾਂ 'ਚ ਹੀ ਬੇਅਦਬੀ ਦੀ ਘਟਨਾ ਵਾਪਰਦੀ ਹੈ। ਤੇ ਕੀ ਆਪਾਂ ਇਹ ਮੰਨ ਲਈਏ ਕਿ ਇਹ ਉਹਨਾਂ ਦੇ ਕਿਸਾਨਾਂ ਦੇ, ਕਿਰਤੀਆਂ ਦੇ ਹੀ ਆਖਾਂਗੇ ਆਪਾਂ, ਜਿਹੜੇ ਮਿੱਟੀ ਨਾਲ ਮਿੱਟੀ ਹੁੰਦੇ ਨੇ ਖੇਤਾਂ ਵਿੱਚ, ਕਿਰਤੀਆਂ ਦੀ ਜਿਹੜੀ ਦਾ ਸੰਘਰਸ਼ ਸੀ, ਉਹਨਾਂ ਦਾ ਜਿਹੜਾ ਰੋਹ ਸੀ, ਉਹਦੀ ਦਿਸ਼ਾ ਬਦਲਣ ਲਈ ਇਹ ਕੀਤਾ ਗਿਆ ਸੀ? ਕੁਛ ਹੱਦ ਤੱਕ ਅਸੀਂ ਇਸ ਨੂੰ ਮੰਨ ਸਕਦੇ ਹਾਂ, ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਸਿੱਖ ਹੈ ਉਹ ਵੱਡੀ ਗਿਣਤੀ 'ਚ ਕਿਸਾਨ ਹੈ ਤੇ ਉਹ ਕਿਰਤੀ ਤਾਂ ਉਹਦਾ ਜਿਹੜਾ ਕਿਰਤ ਕਰੋ ਪਹਿਲਾ ਨਾਮ ਜਪੋ ਵੰਡ ਜਪੋ ਉਹਦਾ ਹਿੱਸਾ ਹੈਗਾ ਸਿਧਾਂਤ ਦਾ। ਤੇ ਇਹਨਾਂ ਨੇ ਜੋ ਕੁਝ ਪਿਛਲੇ ਹਰੇ ਇਨਕਲਾਬ ਤੋਂ ਬਾਅਦ ਜਿਸ ਤਰ੍ਹਾਂ ਦੀ ਸਰਮਾਏਦਾਰੀ ਸਿਸਟਮ ਸਿਰਜਿਆ ਹੈਗਾ ਆ ਇੱਥੇ, ਉਹ ਸਾਰਾ ਜਿਹੜਾ ਉਹ ਗੁਰੂ ਸਿਧਾਂਤ ਨਾਲ ਜਿਹੜਾ ਵਿਰੋਧ ਕਰਦਾ, ਉਹਦੇ ਨਾਲ ਉਲਟ ਖੜਦਾ। ਜਿੱਥੋਂ ਤੱਕ ਹੈਗਾ ਕਿ ਉਹ ਇਹਦੇ ਨਾਲ ਇਹ ਗੱਲ ਦੀ ਸੱਚਾਈ ਹੈ ਕਿ ਉਸ ਟਾਈਮ ਜਿਹੜਾ ਕਿਸਾਨ ਸੰਘਰਸ਼ ਇੱਕ ਆਗਾਜ਼ ਲੈ ਰਿਹਾ ਸੀ, ਇੱਕ ਜਨਮ ਲੈ ਰਿਹਾ ਸੀਗਾ, ਜਿਹੜੇ ਇੱਕ ਥ੍ਰੈਟ ਬਣ ਸਕਦਾ ਸੀ ਗੌਰਮੈਂਟ ਲਈ, ਉਹਦੇ ਵਿੱਚ ਵੀ ਇਹ ਪ੍ਰਕਾਸ਼ ਸਿੰਘ ਬਾਦਲ ਨੂੰ ਜਦੋਂ ਇਹ ਮਤਲਬ ਮਸਲਾ ਸ਼ੁਰੂ ਹੋ ਗਿਆ ਤੇ ਉਹਦੇ ਵਿੱਚੋਂ ਬਹੁਤ ਅਸੀਂ ਆਰਜੀ ਤੌਰ ਤੇ ਰਿਲੀਫ ਮਿਲੀ, ਕਿਉਂਕਿ
ਥੋੜੇ 6 ਮਹੀਨਿਆਂ ਦੇ ਵਿੱਚ ਹੂੰ ਉਸ ਟਾਈਮ ਜਿੰਨੇ ਵੀ ਪੋਲੀਟੀਕਲ ਵਿਸ਼ੇਸ਼ਣ ਕਰ ਰਹੇ ਸੀ ਵਿਸ਼ਲੇਸ਼ਣ, ਹੂੰ ਉਹ ਕਹਿ ਰਹੇ ਸੀ ਕਿ ਕਾਂਗਰਸ ਦੀ ਪੋਜੀਸ਼ਨ ਇੰਨੀ ਵੀਕ ਸੀ ਪੰਜਾਬ ਦੇ ਵਿੱਚ, ਪੋਲੀਟੀਕਲੀ ਕੋਈ ਪਾਰਟੀ ਅਕਾਲੀ ਦਲ ਨੂੰ ਥ੍ਰੈਟ ਨਹੀਂ ਸੀ ਕਰ ਸਕੀ ਉਸ ਟਾਈਮ। ਸਾਰੇ ਜਿਹੜੇ ਐਨਾਲਿਸਿਸ ਸੀ ਉਹ ਜੀ। 15-20 ਤੋਂ ਵੱਧ ਸੀਟਾਂ ਨਹੀਂ ਸੀ ਦੇ ਜੀ। ਰਹੇ ਕਾਂਗਰਸ ਨੂੰ। ਜੀ ਅਕਾਲੀ ਦਲ ਵਾਸਤੇ ਕੋਈ ਥ੍ਰੈਟ ਨਹੀਂ ਸੀ ਉਸ ਟਾਈਮ। ਹੂੰ ਪਰ ਜਦੋਂ ਬੇਅਦਬੀ ਹੋਈ ਹੂੰ ਤੇ ਬੇਅਦਬੀ ਦੇ 6 ਮਹੀਨਿਆਂ ਦੇ ਬਾਅਦ ਜਦੋਂ ਉਹ ਟਕਰਾਅ ਬਹਿਬਲ ਕਲਾਂ ਵਾਲਾ ਹੋਇਆ, ਜੀ। ਉਸ ਤੋਂ ਬਾਅਦ ਉਹ ਭਾਵੇਂ ਚੰਬੇ ਦਾ ਸਰਬੱਤ ਖਾਲਸਾ ਆ ਜਾਂ ਉਸ ਦੀਆਂ ਹੋਰ ਘਟਨਾਵਾਂ ਜੋੜ ਲਈਏ ਤਾਂ ਉਹ ਸਿੱਖਾਂ ਦਾ ਜਿਹੜਾ ਆਭਾਰ ਹੈ ਉਹ ਵੱਡੇ ਰੂਪ 'ਚ ਮੈਂ ਕਹਿੰਦਾ ਵੀ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਜੇ ਕਿਸੇ ਸਿੱਖ ਲੀਡਰ ਨੂੰ ਹੂੰ ਨਫ਼ਰਤ ਨਾਲ ਸਿੱਖਾਂ ਨੇ ਦੇਖਿਆ ਆ, ਹੂੰ ਸਿੱਖਾਂ ਦੇ ਵਿੱਚ ਕਿਸੇ ਦਾ ਗ੍ਰਾਫ ਡਿੱਗਿਆ ਆ ਤਾਂ ਉਹ ਅਕਾਲੀ ਦਲ ਦਾ ਡਿੱਗਿਆ। ਜੀ। ਤੇ ਉਹਦਾ ਮੈਂ ਕਹਿੰਦਾ ਵੀ ਉਹਨਾਂ ਨੇ ਆਪਣਾ ਕੋਈ ਡੈਂਟ ਸਿੱਧਾ ਕਰਨ ਵਾਸਤੇ ਉਹ ਜੇ ਕਿਸਾਨ ਰੋਹ ਨੂੰ ਦਬਾਉਣ ਦਾ ਯਤਨ ਕੀਤਾ ਤੇ ਉਹਦੇ ਵਿੱਚ ਉਹ ਫੇਲ ਹੋ ਗਏ, ਕਿਉਂਕਿ ਉਹੀ ਰੋਹ ਜਿਹੜਾ ਆ ਉਹ ਵੀ ਤਾਂ ਜਿਹੜੇ ਪਿੰਡਾਂ ਦੇ ਕਿਸਾਨ ਨੇ ਉਹ ਵੀ ਸਿੱਖ ਪਰਿਵਾਰਾਂ ਤੋਂ, ਉਹ ਵੀ ਗੁਰਦੁਆਰਿਆਂ ਨਾਲ ਜੁੜੇ ਹੋਏ ਆ, ਸਿੱਖ ਸੱਭਿਆਚਾਰ ਨਾਲ ਜੁੜੇ ਹੋਏ ਆ, ਉਹ ਰੋਹ ਫਿਰ ਦੂਸਰੇ ਪਾਸੇ ਚਲਾ ਗਿਆ। ਔਰ ਸਾਡੇ ਸਾਰੇ ਸਾਹਮਣੇ ਆ ਕਿ ਪੰਜਾਬ ਦੇ ਇਤਿਹਾਸ ਵਿੱਚ ਏਡਾ ਲੰਮਾ ਜਿਹੜਾ ਆ ਉਹਦਾ ਪ੍ਰਤੀਕਰਮ ਹੈ, ਇੰਨੇ ਦਿਨ ਹਰੀਕੇ ਪੁਲ ਬੰਦ ਰਹਿਣਾ, ਇੰਨੇ ਦਿਨ ਅਕਾਲੀ ਦਲ ਦਾ ਜਿਹੜੇ ਚੁਣੇ ਹੋਏ ਲੋਕਾਂ ਦੇ ਨੁਮਾਇੰਦੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਆ, ਉਹ ਸਿੱਖ ਸੰਗਤਾਂ ਤੱਕ ਨਹੀਂ ਜਾ ਸਕੇ, ਲੋਕਾਂ ਦੇ ਵਿੱਚ ਜਾ ਨਹੀਂ ਸਕੇ। ਇਹ ਵੱਡਾ ਜਿਹੜਾ ਚੈਲੰਜ ਖੜਾ ਹੋ ਗਿਆ, ਜਿਹੜਾ ਅੱਜ ਤੱਕ ਵੀ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਕ੍ਰਿਸ਼ਨ ਹੈ। ਮੈਂ ਨਾਲ ਇਹ ਵੀ ਜੋੜ ਦੇਣਾ ਚਾਹੁੰਦੀ ਹਾਂ ਕਿ ਇਸ ਵੇਲੇ ਜਦੋਂ ਕਿਸਾਨ ਸੰਘਰਸ਼ ਨਵੇਂ ਖੇਤੀ ਬਿੱਲਾਂ ਨੂੰ ਲੈ ਕੇ ਜੋ ਸਾਡੀ ਕੇਂਦਰ ਦੀ ਬੀਜੇਪੀ ਸਰਕਾਰ ਨੇ ਲਿਆਂਦੇ ਨੇ, ਨਵੇਂ ਕਾਨੂੰਨ ਲਿਆਂਦੇ ਨੇ, ਤੇ ਸਰਕਾਰ ਵੱਲੋਂ ਤਾਂ ਪ੍ਰਚਾਰ ਕੀਤਾ ਜਾ ਰਿਹਾ ਸਮੇਤ ਸ਼੍ਰੋਮਣੀ ਅਕਾਲੀ ਦਲ ਪ੍ਰਚਾਰ ਕੀਤਾ ਜਾ ਰਿਹਾ ਕਿ ਉਹ ਕਿਸਾਨਾਂ ਦੇ ਹਿੱਤ ਵਿੱਚ ਨੇ, ਤੇ ਇਹ ਬੜੀ ਹੈਰਤ ਵਾਲੀ ਗੱਲ ਹੈ ਕਿ ਕਿਸਾਨਾਂ ਨੂੰ ਉਹਨਾਂ ਦੇ ਲਾਭ ਨਹੀਂ ਨਜ਼ਰ ਆ ਰਹੇ। ਪਹਿਲੀ ਵਾਰੀ ਇਸ ਕਿਸਮ ਦਾ ਟਕਰਾਅ ਹੋ ਰਿਹਾ ਹੈ ਕਿ ਕਿਸਾਨਾਂ ਨੂੰ ਦੱਸਿਆ ਜਾ ਰਿਹਾ ਕਿ ਅਸੀਂ ਤੁਹਾਡੇ ਫਾਇਦੇ ਦੀ ਗੱਲ ਕੀਤੀ ਹੈ ਤੇ ਕਿਸਾਨ ਕਹਿ ਰਹੇ ਨੇ ਨਹੀਂ, ਇਹ ਸਾਡੇ ਫਾਇਦੇ ਦੀ ਨਹੀਂ, ਇਹ ਸਾਰੇ ਲੋਕਾਂ ਦੇ ਵਿਰੋਧ 'ਚ ਹੈ। ਤੇ ਇਸ ਵੇਲੇ ਵੀ ਕਿਸਾਨ ਅੰਦੋਲਨ, ਕਿਸਾਨ ਮਜ਼ਦੂਰ ਉਹਨਾਂ ਨਾਲ ਨੇ, ਹੋਰ ਭਾਈਚਾਰਿਆਂ ਦੇ ਲੋਕ ਨੇ, ਮੁਸਲਮਾਨ ਕਾਫਲੇ ਬਣ ਕੇ ਮੁਸਲਮਾਨ ਵੀਰ ਵੀ ਸ਼ਾਮਲ ਹੋ ਰਹੇ ਨੇ, ਆੜਤੀਏ, ਛੋਟੇ ਦੁਕਾਨਦਾਰ ਸਾਰੇ ਇਸ ਸੰਘਰਸ਼ ਵਿੱਚ ਕੁੱਦ ਪਏ ਨੇ। ਤੇ ਇਹਨਾਂ ਹੀ ਦਿਨਾਂ ਵਿੱਚ ਫਿਰ ਸਰਹੰਦ ਕੋਲੇ ਤਖਾਣ ਮਾਜਰਾ ਤੇ ਪਿੰਡ ਜੱਲਾ ਵਿੱਚ ਫਿਰ ਬੇਅਦਬੀ ਦੀ ਘਟਨਾ ਵਾਪਰਦੀ ਹੈ। ਤੇ ਕੀ ਲੋਕ ਅੰਦੋਲਨਾਂ ਵੇਲੇ ਹੀ ਇਹੋ ਜਿਹਾ ਕੁਝ ਵਾਪਰਨਾ, ਤੇ ਹੁਣ ਤੁਹਾਡੇ ਮੁਤਾਬਕ ਕੌਣ ਕਰਵਾ ਰਿਹਾ ਇਹ ਘਟਨਾਵਾਂ? ਗੱਲ ਇੱਦਾਂ ਜੀ, ਜਿਸ ਤਰ੍ਹਾਂ ਤੁਸੀਂ ਮਤਲਬ ਪਹਿਲਾਂ ਸਾਰਾ ਇਹ ਇਸ਼ਾਰਾ ਕੀਤਾ ਹੈ, ਜੋ ਮਤਲਬ ਜਿਸ ਮੇਰਾ ਇਹ ਕਿਸਾਨ ਰੂਪ ਜਿਹੜਾ ਕਿਸਾਨ ਸੰਘਰਸ਼ ਹੈ, ਇਹ ਕੇਵਲ ਇੱਕ ਏਜੰਡਾ ਆ ਜੀ। ਜਿਹੜਾ ਪੰਜਾਬ ਦਾ ਸੰਘਰਸ਼ ਹੈ, ਤੁਸੀਂ ਦੇਖੋ ਜਿਹੜੇ ਰਣਜੀਤ ਬਾਵੇ ਦੇ ਗੀਤ ਨੂੰ ਲੋਕਾਂ ਨੇ ਜਿੰਨਾ ਰਿਸਪੌਂਸ ਦਿੱਤਾ ਆ, ਉਹ ਕੱਲਾ ਕਿਸਾਨ ਸੰਘਰਸ਼ ਦਾ ਨਹੀਂ ਹੈ, ਉਹ ਸਿੱਖਾਂ ਨਾਲ ਹੋਈਆਂ, ਜਿਹੜੇ ਪੰਜਾਬੀਆਂ ਨਾਲ ਹੋਏ ਜਿਹੜੇ ਧੱਕੇ ਆ 50-70 ਸਾਲ ਦੇ, ਉਹ ਸਾਰੇ ਕਿਸੇ ਨਾ ਕਿਸੇ ਰੂਪ 'ਚ ਪਏ ਹੈਗੇ ਆ। ਉਹਨਾਂ ਨੂੰ ਅੱਗੇ ਹੁਣ ਕੱਲਾ ਕਿਸਾਨ ਨਹੀਂ ਆਇਆ, ਹੁਣ ਜਿਹੜਾ ਕਦੀ ਵੀ ਜਿਹੜਾ ਪੰਜਾਬ ਦਾ ਖਾਸ ਕਰਕੇ ਦੁਕਾਨਦਾਰ ਹੈ, ਆੜਤੀ ਹੈ, ਉਹ ਕਦੀ ਵੀ ਕਿਸੇ ਸੰਘਰਸ਼ ਸ਼ਾਮਲ ਨਹੀਂ ਹੋਇਆ। ਅਸੀਂ ਦੇਖਿਆ ਜਿਹੜਾ ਸੰਘਰਸ਼ 80ਵਿਆਂ 'ਚ ਲੜਿਆ ਗਿਆ, ਪੰਜਾਬ ਬੰਦ ਹੁੰਦੇ ਸੀ, ਲੇਕਿਨ ਇੱਕ ਤਬਕਾ ਉਹਦੇ ਵਿੱਚ ਡਰਦਾ ਬੰਦ ਕਰਦਾ ਸੀ, ਆਪਣੀ ਇੱਛਾ ਨਾਲ ਕਦੀ ਨਹੀਂ ਸੀ ਬੰਦ ਕਰਦਾ। ਇਸ 25 ਦਾ ਬੰਦ ਜਿਹੜਾ ਪਿੱਛੇ ਅਸੀਂ ਦੇਖਿਆ ਹੈਗਾ ਆ, ਇਹਦੇ ਵਿੱਚ ਪੰਜਾਬ ਦੇ ਲੋਕਾਂ ਨੇ ਆਪਣੇ ਆਪ ਸ਼ਮੂਲੀਅਤ ਕੀਤੀ ਹੈ। ਇਹਦੇ ਵਿੱਚ ਕਿਸਾਨ ਵੀ ਸ਼ਾਮਲ ਨੇ, ਮਜ਼ਦੂਰ ਵੀ ਸ਼ਾਮਲ ਨੇ, ਮੈਂ ਕਹਿੰਦਾ ਤੋਲੇ ਵੀ ਸ਼ਾਮਲ ਨੇ, ਆੜਤੀਏ ਵੀ ਸ਼ਾਮਲ ਨੇ, ਹਰੇਕ ਕਿਸਮ ਦਾ ਜਿਹੜਾ ਪੰਜਾਬ ਦਾ 63 ਜਿਹੜੇ ਕਿੱਤੇ ਸਿੱਧੇ ਕਿਸਾਨਾਂ ਨਾਲ ਜੁੜੇ ਹੋਏ ਆ, ਉਹਨਾਂ ਨੇ ਤੇ ਸ਼ਾਮਲ ਹੋਣਾ, ਕਿਉਂਕਿ ਸਾਡੀ ਇਕਨੋਮੀ 40% ਤੋਂ ਉੱਤੇ ਜਿਹੜੀ ਪੰਜਾਬ ਦੀ ਹੈ ਉਹ ਕਿਸਾਨੀ ਤੇ ਨਿਰਭਰ ਕਰਦੀ ਹੈ। ਇੱਥੇ ਭਾਵੇਂ ਅਖਬਾਰਾਂ ਵੀ ਤਾਂ ਹੀ ਵਿਕਣਗੀਆਂ, ਟੀਵੀ ਚੈਨਲ ਵੀ ਤਾਂ ਹੀ ਚੱਲਣਗੇ ਜੇ ਇੱਥੇ ਇਕਨੋਮੀ ਆ ਜਿਹੜੀ ਪੰਜਾਬ ਦੀ ਹੈ ਜਿਹੜੀ ਉਹ ਗਰੋਥ ਹੋਏਗੀ, ਤੇ ਉਹਦੇ ਤੋਂ ਖੇਤੀਬਾੜੀ ਤੋਂ ਹੋਣਾ ਹੈ। ਤੇ ਜਿਹੜੇ ਹੁਣ ਬਿੱਲਾਂ ਦੀ ਗੱਲ ਕਰਦੇ ਆ, ਇਹ ਬਿੱਲ ਜਿਹੜੇ ਆ, ਇਹ ਮੈਂ ਸਮਝਦਾ ਕਿ ਇਹ ਮੋਦੀ ਨੇ ਕਰ ਦਿੱਤੇ ਆ, ਪਰ ਜੇ ਕੋਈ ਹੋਰ ਸਰਕਾਰ ਹੁੰਦੀ ਸਪੀਡ ਥੋੜਾ ਫਰਕ ਸੀਗਾ। ਇਹੀ ਬਿੱਲ ਜਿਹੜੇ ਆਉਣੇ ਸੀ, ਕਿਉਂਕਿ WTO ਨੇ ਜਿਹੜੇ ਸਾਈਨ ਹੋ ਗਏ ਸੀਗੇ ਉਧਰ ਨੂੰ ਜਾਣਾ, ਤੇ ਇੱਕ ਸਿਸਟਮ ਤੁਹਾਡਾ ਜਿਹੜਾ ਤੁਸੀਂ ਕਾਰਪੋਰੇਟ ਮਾਡਲ ਨੂੰ ਅਸਾਰ ਰਹੇ ਹੋ, ਤੇ ਉੱਥੇ ਤਾਂ ਹੋਰ ਕੋਈ ਰਸਤਾ ਹੈ ਨਹੀਂ। ਇਹ ਰੁਝਾਨ ਤਾਂ ਪੂਰੇ ਵਿਸ਼ਵ ਭਰ ਵਿੱਚ ਚੱਲ ਰਿਹਾ, WTO, ਫਿਰ ਵਿਸ਼ਵ ਬੈਂਕ ਵੀ ਚਾਹੁੰਦਾ, ਤੇ ਸਾਰੇ ਮੁਲਕਾਂ ਵਿੱਚ ਇਹ ਹਨੇਰੀ ਵਗੀ ਹੋਈ ਹੈ, ਤੇ 90ਵਿਆਂ ਤੋਂ ਇਹ ਚੱਲ ਰਿਹਾ ਹੈ। ਕਾਂਗਰਸ ਸਰਕਾਰਾਂ ਨੇ ਵੀ ਇਹੀ ਕੁਝ ਕੀਤਾ ਸੀ, ਉਹਨਾਂ ਦੀ ਲੜੀ ਅੱਗੇ ਤੋਰੀ ਹੈ, ਬਸ ਜ਼ਰਾ ਬਹੁਤ ਪ੍ਰਚੰਡ ਰੂਪ ਚ ਲਿਆਂਦੀ ਬੀਜੇਪੀ ਨੇ। ਜੋਗਿੰਦਰ ਜੀ, ਗੱਲ ਏਦਾਂ ਹੈ, ਤੁਸੀਂ ਇਹ ਸੱਚ ਕਹਿ ਰਹੇ ਹੋ ਕਿ ਸਾਰੇ
ਕਿਸਾਨ ਹੈ ਜਿਹੜਾ ਉਹ ਸਾਰੀ ਦੁਨੀਆ ਤੋਂ ਖਤਮ ਹੋ ਰਿਹਾ ਆ, ਹੂੰ ਕਿਉਂਕਿ ਉੱਥੇ ਪ੍ਰੋਬਲਮ ਹੋਰ ਹੈ। ਉੱਥੇ ਕਿਤੇ 17% ਕਿਸਾਨ ਹੈ, ਹੂੰ ਉਹਨੂੰ ਤੁਸੀਂ ਸਰਵਿਸ ਸੈਕਟਰ 'ਚ ਲੈ ਜਾਓਗੇ, ਇੰਡਸਟਰੀ 'ਚ ਲੈ ਜਾਓਗੇ। ਜੀ ਜਿਹੜਾ ਸਾਡਾ ਤਾਂ 85% ਲੋਕ ਨੇ ਜਿਹੜੇ ਖੇਤੀ ਸੈਕਟਰ 'ਚ ਨੇ, ਹੂੰ, ਉਹਨਾਂ ਨੂੰ ਸ਼ਿਫਟ ਕਰਕੇ ਲੈ ਜਾਓਗੇ ਕਿੱਥੇ? ਵੱਡਾ ਸਵਾਲ ਤਾਂ ਇਹ ਹੈ, ਜੀ ਉਹਨਾਂ ਨੂੰ ਕਿੱਥੇ ਜਾਓ? ਸਰਵਿਸ ਸੈਕਟਰ ਤੁਹਾਡੇ ਕੋਲ ਹੈ ਨਹੀਂ। ਉਹਦਾ ਤਾਂ ਅਸੀਂ ਦੇਖ ਲਿਆ ਕਰੋਨਾ ਦੇ ਵਿੱਚ ਹੀ, ਕਰੋਨਾ ਦੀ ਮਹਾਮਾਰੀ ਦੇ ਵਿੱਚ ਹੀ 10 ਕਰੋੜ ਤੋਂ ਵੱਧ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਨੇ। ਬਿਲਕੁਲ ਫਿਰ ਬਿਲਕੁਲ ਬਾਕੀ ਤਾਂ ਹੋ ਰਿਹਾ, ਉਹ ਵੀ ਹੋ ਰਿਹਾ। ਹੂੰ, ਲੇਕਿਨ ਇਹ ਜਿਹੜਾ ਅਸੀਂ ਕਹਿ ਰਹੇ ਕਿ ਇਸ ਸਮੇਂ ਹੀ ਇਹ ਬੇਅਦਬੀ ਦੀਆਂ ਘਟਨਾਵਾਂ ਆ ਰਹੀਆਂ ਨੇ। ਇਹ ਜਿਹੜਾ ਕਿਸਾਨ ਸੰਘਰਸ਼ ਹੈ, ਹਮੇਸ਼ਾ ਸਰਕਾਰਾਂ ਹੀ ਕਰਦੀਆਂ ਨੇ। ਸੰਘਰਸ਼ ਨੂੰ ਆਪਣੀ ਲੀਹ ਤੋਂ ਲਾਉਣ ਵਾਸਤੇ ਬੜੀਆਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਨੇ, ਜੀ ਤੇ ਇਹਦੇ ਤੇ ਕੋਈ ਦੋ ਰਾਵਾਂ ਨਹੀਂ ਗਿਆ। ਅੱਜ ਕੋਈ ਧਾਰਮਿਕ ਮੁੱਦਾ ਪੰਜਾਬ 'ਚ ਹੈ ਨਹੀਂਗਾ, ਹੂੰ ਉਹ ਵਾਤਾਵਰਨ ਹੈ ਨਹੀਂਗਾ, ਹੂੰ ਤੇ ਲੇਕਿਨ ਕਿਰਾਈ ਜਾ ਰਹੀ ਹੈ, ਬੇਅਦਬੀ ਕਰਾ ਕੇ ਲੋਕਾਂ ਦਾ ਧਿਆਨ ਉਧਰ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿ ਕਿਸਾਨਾਂ ਦਾ ਜਿਹੜਾ ਮੌਜੂਦਾ ਸੰਘਰਸ਼, ਮੈਂ ਕਹਿੰਦਾ ਇਹ ਪਹਿਲੀ ਵਾਰੀ ਕਿਸਾਨਾਂ ਦਾ ਸੰਘਰਸ਼ ਨਹੀਂ ਹੈ, ਇਹ ਹਿੰਦ ਪੰਜਾਬ ਦਾ, ਜਿਹਨੂੰ ਸ਼ਾਹ ਮੁਹੰਮਦ ਨੇ ਕਿਹਾ ਸੀ, ਇਹ ਉਧਰ ਨੂੰ ਜਾਂਦਾ। ਇੱਕ ਪਾਸੇ ਸਾਰਾ ਪੰਜਾਬੀਅਤ ਖੜ ਗਈ ਹੈ, ਤੇ ਦੂਜੇ ਪਾਸੇ ਜਿਹੜਾ ਸੈਂਟਰ ਦੀ ਸਰਕਾਰ ਖੜੀ ਹੈ, ਉਹਦੇ ਵਿੱਚ ਆਪਸੀ ਟਕਰਾਅ ਆ। ਤੇ ਇਹਦੇ ਵਿੱਚੋਂ ਵੱਡੀ ਆਸ ਹੈ, ਜਿਹੜੇ ਸੀਨੀਅਰ ਵਕੀਲ ਹੈ ਪ੍ਰਸ਼ਾਂਤ ਭੂਸ਼ਣ ਜੀ ਵੀ, ਉਹ ਵੀ ਕੁਝ ਦਿਨ ਪਹਿਲਾਂ ਇੱਥੇ ਕਹਿ ਕੇ ਗਏ ਹੈ ਕਿ ਪੰਜਾਬ ਤੋਂ ਸਾਰਾ ਜਿਹੜਾ ਹਿੰਦੁਸਤਾਨ ਦਾ ਕਿਸਾਨ ਹੈ, ਉਹ ਪੰਜਾਬ ਦੇ ਵੱਲ ਦੇਖ ਰਿਹਾ, ਪੰਜਾਬ ਦੇ ਕਿਸਾਨਾਂ ਤੋਂ ਕੋਈ ਅਗਵਾਈ ਦੀ ਆਸ ਕਰ ਰਿਹਾ ਹੈਗਾ। ਤਾਂ ਉਸ ਦੌਰ ਦੇ ਵਿੱਚ ਜਿਹੜਾ ਆ ਇਹ ਹੋਣਾ, ਲੇਕਿਨ ਮੈਂ ਕਹਿੰਦਾ ਇਹ ਕਾਮਯਾਬ ਨਹੀਂ ਹੋਣਾ। ਤੁਸੀਂ ਦੇਖੋ, ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਉਹਦਾ ਉਵੇਂ ਦਾ ਰਿਸਪੌਂਸ ਨਹੀਂ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦੀ ਉਹ ਸਰਕਾਰ ਵੇਲੇ ਹੋਇਆ ਸੀਗਾ, ਉਵੇਂ ਦਾ ਨਹੀਂ ਹੋਣਾ। ਕਿਉਂਕਿ ਕਾਫੀ ਲੋਕ ਜਿਹੜੇ ਸੋਸ਼ਲ ਮੀਡੀਆ ਨਾਲ ਤੇ ਇਹਨਾਂ ਜਿਹੜੀ ਇਹਨਾਂ ਦੀ ਸਾਰੀ ਗਵਰਨੈਂਸ ਹੈਗੀ ਹੈ, ਜਿਹਦੇ ਵਿੱਚ ਕਾਂਗਰਸ ਵੀ ਸ਼ਾਮਲ ਹੈ, ਕਿਉਂਕਿ ਹੁਣ ਤੱਕ ਉਹ ਵੀ ਜਿਹੜਾ ਲੋਕਾਂ ਨੂੰ ਇਹ ਵਿਸ਼ਵਾਸ ਨਹੀਂ ਦਵਾ ਸਕੀ। ਜਿਹੜਾ ਟੋਇਆ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਰਾਹ 'ਚ ਪੱਟਿਆ ਸੀਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ ਨੂੰ ਲੈ ਕੇ, ਜਿਵੇਂ ਉਹਨਾਂ ਨੇ ਉਹਨੂੰ ਨਜਿੱਠਿਆ ਸੀਗਾ, ਉਸ ਟੋਏ ਵਿੱਚ ਹੁਣ ਕਾਂਗਰਸ ਦੇ ਇਹ ਅਮਰਿੰਦਰ ਸਿੰਘ ਵੀ ਡਿੱਗ ਸਕਦੇ ਆ, ਜੇ ਇਹ ਫੈਸਲਾ, ਜਿਵੇਂ ਹੁਣ ਤੱਕ ਇਹ ਲੱਗ ਰਿਹਾ ਹੈ ਕਿ ਉਹਨਾਂ ਨੇ ਵੀ ਸਿਰਦਤਾ ਨਹੀਂ ਦਿਖਾਈ। ਅਸੈਂਬਲੀ ਦੇ ਵਿੱਚ ਜੋ ਭਾਸ਼ਣ ਹੋਏ, ਸਪੈਸ਼ਲ ਸੈਸ਼ਨ ਹੋਇਆ, ਲੇਕਿਨ ਇੱਥੇ ਮੰਤਰੀਆਂ ਨੇ ਝੋਲੀਆਂ ਅੱਡ ਕੇ ਇਨਸਾਫ ਮੰਗਣ ਦੀ ਕੋਸ਼ਿਸ਼ ਕੀਤੀ। ਲੇਕਿਨ ਜਿਸ ਤਰ੍ਹਾਂ ਉਸ ਨੂੰ ਗੌਰਮੈਂਟਾਂ ਪਹਿਲਾਂ ਸਿੱਖਾਂ ਦੇ ਜਿਹੜੇ ਨਾਲ ਹੋਏ ਬੇਇਨਸਾਫੀਆਂ ਨੇ, ਭਾਵੇਂ ਉਹ ਦਿੱਲੀ ਦੇ ਵਿੱਚ ਕਤਲੋਗਾਰਤ ਹੋਇਆ ਹੋਵੇ, ਜਿਸ ਤਰ੍ਹਾਂ ਉਹਨਾਂ ਨੂੰ ਕਮਿਸ਼ਨਾਂ ਰਾਹੀਂ ਜਿਹੜਾ ਆ ਉਹ ਉਹਨਾਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ। ਉਹਦਾ ਇੱਕ ਹਿੱਸਾ, ਜਿਹੜਾ ਇਤਿਹਾਸ ਦਾ ਹਿੱਸਾ ਹੈ, ਜਿਹੜਾ ਚੈਪਟਰ ਹੈ, ਇਹ ਵੀ ਗੁਰੂ ਗ੍ਰੰਥ ਸਾਹਿਬ ਦਾ 5 ਸਾਲ ਦਾ ਅਸੀਂ ਹੰਢਾ ਰਹੇ ਹਾਂ। ਹਾਂ, ਆਪਾਂ ਮੁੜ ਕੇ ਇਹਦੇ ਤੇ ਆਉਂਦੇ ਹਾਂ ਕਿ ਜੇ ਇਹ ਬੇਅਦਬੀ ਦੀਆਂ ਜੋ ਹੋਈਆਂ ਘਟਨਾਵਾਂ, ਜੋ ਬਹਿਬਲ ਕਲਾਂ ਕਾਂਡ 'ਚ, ਬਹਿਬਲ ਕਲਾਂ ਪਿੰਡ ਵਿੱਚ ਜੋ ਕਾਂਡ ਹੋਇਆ, ਉੱਥੇ 2 ਜੀ ਮਾਰੇ ਗਏ ਬਿਨਾਂ ਮਤਲਬ ਤੋਂ, ਜਿਨ੍ਹਾਂ 'ਚੋਂ ਇੱਕ ਗੁਰਜੀਤ ਸਿੰਘ ਤਾਂ ਕਹਿੰਦੇ ਅਮਰੀਕਾ ਤੋਂ ਆਇਆ ਸੀ, ਤੇ ਉੱਥੇ ਧਰਨੇ ਤੇ ਬੈਠੇ ਲੋਕਾਂ ਲਈ ਲੰਗਰ ਹੀ ਲੈ ਕੇ ਗਿਆ ਸੀ। ਬੜੀ ਛੋਟੀ ਉਮਰ ਦਾ ਮੁੰਡਾ, ਨੌਜਵਾਨ ਸੀ। ਤੇ ਉਹਦੇ ਲਈ ਜੋ ਜਾਂਚ ਕਮੇਟੀਆਂ ਬਣੀਆਂ, ਜਿਸ ਕਿਸਮ ਦੀ ਜਾਂਚ ਚੱਲੀ, ਕਦੇ ਉਹ ਬਾਦਲ ਸਰਕਾਰ ਨੇ ਨਹੀਂ ਸਵੀਕਾਰ ਕੀਤੀ, ਇਗਨੋਰ ਕੀਤਾ, ਉਹਨਾਂ ਨੇ ਅਣਗੌਲਿਆ ਕੀਤਾ, ਤੇ ਕਦੇ ਕੁਝ ਹੁੰਦਾ ਰਿਹਾ, ਕਦੇ ਕੁਝ ਹੁੰਦਾ ਰਿਹਾ। ਹੁਣ ਵੀ ਉਹ ਸਾਰਾ ਕੁਝ ਨਵੇਂ ਸਿਰਿਓਂ ਹੋ ਕੇ ਫਿਰ ਚੈਲੰਜ ਹੋ ਰਿਹਾ ਹੈ। ਤੇ ਕਿਸੇ ਵੱਡੇ ਬੰਦੇ ਨੂੰ ਹੱਥ ਕਿਉਂ ਨਹੀਂ ਪੈਂਦਾ? ਸਿੱਧਾ ਸ਼ਨਾਖਤ ਸਪਸ਼ਟ ਰੂਪ ਵਿੱਚ ਸਿੱਧਾ ਕੱਢ ਕੇ ਬਾਹਰ ਕਿਉਂ ਨਹੀਂ ਆਖਿਆ ਜਾਂਦਾ ਕਿ ਆਹ ਵੱਡਾ ਕੱਦਾਵਰ ਬੰਦਾ, ਕੱਦਾਵਰ ਅਧਿਕਾਰੀ ਜਾਂ ਕੱਦਾਵਰ ਸਿਆਸੀ ਨੇਤਾ ਜਾਂ ਮੰਤਰੀ ਜਾਂ ਮੁੱਖ ਮੰਤਰੀ ਸ਼ਾਮਲ ਨੇ, ਉਹਨਾਂ ਦੇ ਤੇ ਉਂਗਲ ਕਿਉਂ ਨਹੀਂ ਧਰੀ ਜਾਂਦੀ? ਛੋਟੇ ਛੋਟੇ ਅਧਿਕਾਰੀਆਂ ਤੇ ASI ਹੋ ਗਿਆ, DSP ਹੋ ਗਿਆ, ਇੱਥੇ ਤੱਕ ਆ ਕੇ ਗੱਲ ਕਿਉਂ ਮੁੱਕ ਜਾਂਦੀ ਹੈ? ਕਿਉਂਕਿ ਬਿਲਕੁਲ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਇਹੋ ਜਿਹੀ ਗੱਲ ਬਿਲਕੁਲ ਹੀ ਸੰਭਵ ਨਹੀਂ। ਵੱਡੇ ਪੱਧਰ ਤੇ ਪੁਸ਼ਤ ਪਨਾਹੀ ਤੋਂ ਬਿਨਾਂ ਗੋਲੀਆਂ ਚਲਾ ਕੇ ਲੋਕਾਂ ਨੂੰ ਮਾਰ ਦੇਣਾ। ਗੋਲੀ ਇਸ ਤਰ੍ਹਾਂ ਚਲਾਉਣੀ, ਜੇ ਤੁਸੀਂ ਭੀੜ ਖਦੇੜਨ ਲਈ ਗੋਲੀ ਚਲਾਉਣੀ ਹੈ ਤਾਂ ਪੁਲਿਸ ਅਧਿਕਾਰੀਆਂ ਨੂੰ ਆਦੇਸ਼ ਹੁੰਦੇ ਨੇ ਕਿ ਪੈਰਾਂ ਵਿੱਚ ਗੋਲੀ ਚਲਾਉਣੀ ਹੈ, ਗੋਡਿਆਂ ਤੋਂ ਥੱਲੇ, ਤੇ ਉਹ ਗੋਲੀਆਂ ਤੇ ਉੱਪਰ ਤੱਕ ਗਈਆਂ ਨੇ, ਉੱਪਰ ਲੱਗੀਆਂ ਨੇ ਉਹਨਾਂ ਦੇ, ਉਹ ਜਿਵੇਂ ਮਰੇ ਨੇ ਉਹ ਲੋਕ। ਤੇ ਇਹ ਕਿਸੇ ਵੱਡੇ ਦੇ ਹੁਕਮ ਬਿਨਾਂ ਇਹ ਸੰਭਵ ਨਹੀਂ ਸੀ। ਕਿਸੇ ਵੱਡੇ ਤੇ ਉਂਗਲੀ ਕਿਉਂ ਨਹੀਂ ਧਰੀ ਗਈ? ਨਹੀਂ ਦਵਿੰਦਰ ਜੀ, ਜਿਹੜੀ ਗੱਲ ਹੈਗੀ ਹੁਣ, ਜਿੰਨੀਆਂ ਵੀ ਜਾਂਚਾਂ ਬਣੀਆਂ ਨੇ, ਭਾਵੇਂ ਕਾਰਜੂਤ ਤੋਂ ਲੈ ਕੇ ਜਿੰਨੇ ਵੀ ਕਮਿਸ਼ਨ ਬਣੇ ਆ, ਇਸ ਗੱਲ ਤੇ ਤਾਂ ਸਾਰੇ ਸਹਿਮਤ ਹੈ। ਕਿਉਂਕਿ ਉੱਥੋਂ ਦੇ ਜਿਹੜੇ ਪੁਲਿਸ ਅਧਿਕਾਰੀ ਹੈ, ਉਹਨਾਂ ਨੇ ਆਪਣੇ ਲੈਵਲ ਤੇ ਕੋਈ ਫੈਸਲਾ ਨਹੀਂ ਲਿਆ।
ਫੈਸਲਾ ਤੇ ਪੋਲੀਟੀਕਲ ਹੋਇਆ, ਪੋਲੀਟੀਕਲੀ ਇਹ ਹੋਇਆ। ਵੱਡੇ ਬੰਦਿਆਂ ਨੇ ਕੀਤਾ। ਹੂੰ ਜਿਹੜਾ ਤੇ ਉਸ ਟਾਈਮ ਦਾ ਜਿਹੜਾ ਮੁੱਖ ਮੰਤਰੀ ਹੈ ਜਾਂ ਉਪ ਮੁੱਖ ਮੰਤਰੀ, ਉਹ ਗ੍ਰਹਿ ਮੰਤਰੀ ਆ, ਤੇ ਉਹਨਾਂ ਤੋਂ ਬਿਨਾਂ ਤਾਂ ਹੋ ਹੀ ਨਹੀਂ ਸਕਦਾ। ਜੀ ਉਹ ਜਿਹੜਾ ਜਿਸ ਤਰ੍ਹਾਂ ਉਹਨਾਂ ਨੂੰ ਨਜਿੱਠਿਆ ਗਿਆ ਆ, ਹਮ। ਜਿਸ ਤਰ੍ਹਾਂ ਤੁਸੀਂ ਟੈਕਨੀਕਲ ਗੱਲਾਂ ਵੀ ਕੀਤੀਆਂ ਕਿ ਉਹ ਉਹਨਾਂ ਦੇ ਗੋਲੀ ਚਲਾਉਣ ਦੇ ਇਸ ਤਰ੍ਹਾਂ ਹੁੰਦੇ ਆ, ਹਮ। ਇਹ ਤੇ ਸਪਸ਼ਟ ਹੈਗਾ ਆ ਕਿ ਉਹ ਇੱਕ ਟੈਰਰ ਜਿਹੜਾ ਹੈ ਸੋਸਾਇਟੀ 'ਚ ਪੈਦਾ ਕਰਨਾ ਚਾਹੁੰਦੇ ਸੀਗੇ। ਜਿਹੜਾ ਧਰਨਾ ਲੱਗਿਆ ਸੀਗਾ, ਉਹ ਧਰਨੇ ਨੂੰ ਲੈ ਕੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਜਦੋਂ ਇੱਥੇ ਸਿੰਘ ਸ਼ਹੀਦ ਹੋ ਜਾਣਗੇ ਤਾਂ ਪੰਜਾਬ ਕਿਵੇਂ ਰਿਸਪੌਂਡ ਕਰੂਗਾ। ਉਹ ਇੱਥੇ ਗਲਤੀ ਖਾ ਗਏ। ਉਹਨਾਂ ਨੇ ਪਹਿਲਾਂ ਜਿਸ ਤਰ੍ਹਾਂ ਹਸਪਤਾਲਾਂ ਨੂੰ ਹਦਾਇਤਾਂ ਦਿੱਤੀਆਂ, ਜਿਸ ਤਰ੍ਹਾਂ ਜਵਾਬ ਦਿੱਤਾ, ਉਹ ਸਾਰੇ ਇਹਨਾਂ ਨੂੰ ਤਿਆਰੀ ਪਤਾ ਸੀਗਾ ਕਿ ਬੰਦੇ ਜ਼ਖਮੀ ਹੋਣਗੇ, ਬੰਦੇ ਦੀ ਇਸ ਤਰ੍ਹਾਂ ਹੋਏਗੀ ਤਾਂ ਅਸੀਂ ਇਸ ਤਰ੍ਹਾਂ ਟ੍ਰੀਟ, ਸਾਰਾ ਕੁਝ ਤਿਆਰੀਆਂ ਕਰਕੇ ਤਾਂ ਗਵਰਨਮੈਂਟ ਆਈ ਸੀਗੀ। ਲੇਕਿਨ ਜਿੱਥੇ ਤੱਕ ਤੁਸੀਂ ਕਹਿੰਦੇ ਹੋ, ਹੁਣ ਅਸੀਂ ਦੇਖ ਲਏ 2 ਸਰਕਾਰਾਂ ਤਾਂ ਪੰਜਾਬ ਦੀਆਂ, ਅਮਰਿੰਦਰ ਸਿੰਘ ਦੀ ਸਰਕਾਰ, ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ, ਤੇ ਤੀਜੀ ਜਿਹੜੀ ਹੈ ਸੈਂਟਰ ਦੀ ਸਰਕਾਰ। ਸਾਰੀਆਂ ਦੀਆਂ ਏਜੰਸੀਆਂ ਜਿਹੜੀਆਂ ਸਿੱਖਾਂ ਨੂੰ, ਜਿਹੜੇ 2 ਸਿੰਘ ਸ਼ਹੀਦ ਹੋ ਗਏ ਉੱਥੇ, ਉਹਨਾਂ ਨੂੰ ਨਾਲ ਜਿਹੜਾ ਇਨਸਾਫ ਕਰਨ ਵਿੱਚ ਫੇਲ ਹੋਈਆਂ ਨੇ। ਉਹਦੇ ਵਿੱਚ CBI ਦਾ ਵੀ ਵੱਡੀ ਏਜੰਸੀ ਹੈ, ਉਹ ਵੀ ਕੁਛ ਨਹੀਂ ਕਰ ਸਕੀ ਕੋਈ। ਤੇ ਇੱਥੋਂ ਦੀਆਂ ਜਿਹੜੀਆਂ ਬਣਾਈਆਂ ਸੀ ਸਪੈਸ਼ਲ ਏਜੰਸੀਆਂ, ਉਹਨੂੰ ਲੈ ਕੇ ਉਹ ਵੀ ਸਾਰੀਆਂ ਜਿਹੜੀਆਂ ਫੇਲ ਹੋਈਆਂ। ਔਰ ਕਮਿਸ਼ਨਾਂ ਦੀ ਰਿਪੋਰਟ ਵੀ ਜਿਹੜੀ ਹੈ ਲਗਭਗ ਹੁਣ ਜਿਹੜੀ ਆ ਉਹ ਰੱਦੀ ਦੀ ਟੋਕਰੀ 'ਚ ਜਾ ਚੁੱਕੀ ਹੈ। ਜਿਸ ਤਰ੍ਹਾਂ ਕੀਤਾ ਜਾ ਰਿਹਾ, ਤੇ ਇਹਦੇ ਵਿੱਚ ਇਹ ਆ ਕਿ ਪੋਲੀਟੀਕਲੀ ਜਿਹੜਾ ਹੈ ਨਾ, ਉਹਨੂੰ ਸਮਝਿਆ ਜਾ ਰਿਹਾ, ਉਹਨੂੰ ਅਮਰਿੰਦਰ ਨੂੰ ਲੱਗਦਾ ਕਿ ਜੋ ਮੈਂ ਕਰਨਾ ਆ ਇਸ ਇਸ਼ੂ ਨੂੰ ਲੈ ਕੇ, ਬਰਗਾੜੀ ਇਸ਼ੂ ਲੈ ਕੇ, ਤੇ ਮੈਂ ਕਰੂੰਗਾ ਜਾ ਕੇ ਇਲੈਕਸ਼ਨ ਦੇ ਨੇੜੇ, ਜਿਹਦਾ ਮੈਨੂੰ ਪੋਲੀਟੀਕਲੀ ਬੈਨੀਫਿਟ ਹੋ ਸਕੇ। ਫਿਰ ਇਹਨਾਂ ਨੂੰ ਇੱਕ ਗੱਲ ਤੋਂ ਤਪਲਾ ਖਾ ਰਹੇ ਆ ਕਿ ਇਹ ਇਸ਼ੂ ਹੈ ਜਿਹੜਾ, ਇਹ ਤੁਹਾਡੇ ਹੱਥ ਵੱਤ ਨਹੀਂ ਹੁੰਦਾ। ਸੋਸਾਇਟੀ ਨੂੰ ਕਿਸ ਤਰ੍ਹਾਂ, ਸੋਸਾਇਟੀ ਦੇ ਵਿੱਚ ਕੋਈ ਕਿਸੇ ਸਰਕਾਰ ਨੂੰ ਨਹੀਂ ਪਤਾ ਕਿ ਇਸ ਬਿੱਲਾਂ ਦਾ ਬਿੱਲ ਇਸ ਤੋਂ ਪਹਿਲਾਂ ਖਤਰਨਾਕ ਆਏ ਆ। 370 ਵਾਲਾ ਬਿੱਲ ਵੀ ਘੱਟ ਖਤਰਨਾਕ ਸੀ, ਲੇਕਿਨ ਸੋਸਾਇਟੀ ਨੇ ਕਿਸ ਤਰ੍ਹਾਂ, ਇਹ ਬਿੱਲਾਂ ਕਰਕੇ ਨਹੀਂ, ਸਿੱਖੇ ਜਿਹੜੀ ਲੋਕ ਪੰਜਾਬੀਆਂ ਦੇ ਵਿੱਚ ਬੇਚੈਨੀ ਹੈ, ਉਹ ਕਿਸਾਨਾਂ ਦੇ ਰੂਪ ਵਿੱਚ ਸਾਹਮਣੇ ਆ ਗਈ ਆ। ਨਹੀਂ ਤੇ ਇਹਨਾਂ ਹੀ ਕਿਸਾਨਾਂ ਅੰਦੋਲਨਾਂ ਦੇ ਵਿੱਚ ਇੰਨੇ ਛੋਟੇ ਬੱਚੇ, ਇੰਨੀ ਵੱਡੀ ਗਿਣਤੀ 'ਚ ਔਰਤਾਂ, ਔਰ ਤੁਸੀਂ ਕਿਸਾਨਾਂ ਦੇ ਜਿਹੜੇ ਚੰਗੀ ਤਰ੍ਹਾਂ ਉਹਨਾਂ ਦੀ ਵੀਡੀਓ ਤੇ ਦੇਖੋ, ਉਹਦੇ ਵਿੱਚ ਵੱਡੀ ਗਿਣਤੀ 'ਚ ਅੰਮ੍ਰਿਤਧਾਰੀ ਜਿਹੜੇ ਹੈ, ਔਰਤਾਂ ਵੀ ਹੈ ਤੇ ਬੱਚੇ ਵੀ ਤੇ ਲੋਕ ਨੇ। ਉਹ ਸਮੁੱਚੇ ਪੰਜਾਬੀਆਂ ਦਾ ਜਿਹੜਾ ਸੰਘਰਸ਼ ਹੈ ਉਹ ਬਣਦਾ ਜਾ ਰਿਹਾ ਹੈ। ਤੇ ਜਿਹੜਾ ਇਹ ਬਾਰਡਰ ਸਟੇਟ ਵਾਸਤੇ ਜਿਸ ਤਰ੍ਹਾਂ ਦੇ ਇੰਟਰਨੈਸ਼ਨਲ ਹਾਲਾਤ ਚੱਲ ਰਹੇ, ਜੀਓ ਪੋਲਿਟਿਕਸ ਦੇ ਵਿੱਚ ਜਿਸ ਤਰ੍ਹਾਂ ਅਸੀਂ ਵਿਚਰ ਰਹੇ ਹਾਂ, ਚਾਈਨਾ ਦੇ ਨਾਲ ਜਿਹੜਾ ਸਾਡਾ ਤਣਾਅ ਚੱਲ ਰਿਹਾ ਆ, ਇਹ ਦੇਸ਼ ਵਾਸਤੇ ਬੜਾ ਖਤਰਨਾਕ ਸਾਬਤ ਹੋ ਸਕਦੇ ਆ। ਇਹਨਾਂ ਨੂੰ ਇਹਦੀ ਜਿਹੜੀ ਸੰਵੇਦਨਸ਼ੀਲਤਾ ਹੈਗੀ ਆ, ਤੇ ਤੁਸੀਂ ਫਿਰ ਇਸ ਦੇ ਸੰਦਰਭ ਵਿੱਚ ਕੇਂਦਰ ਨੂੰ ਕੀ ਸਲਾਹ ਦਿਓਗੇ ਤੇ ਲੋਕਾਂ ਨੂੰ ਵੀ ਕੀ ਸਲਾਹ ਦਿਓਗੇ? ਕਿਉਂਕਿ ਮੇਰਾ ਖਿਆਲ ਹੈ ਪੰਜਾਬ ਬਹੁਤ ਹੋਰ ਨੁਕਸਾਨ ਵੀ ਅਫੋਰਡ ਨਹੀਂ ਕਰਦਾ। ਜਾਨੀ ਨੁਕਸਾਨ, ਨੌਜਵਾਨਾਂ ਦਾ ਨੁਕਸਾਨ, ਧੀਆਂ ਪੁੱਤਾਂ ਦਾ ਨੁਕਸਾਨ, ਉਹ ਵੀ ਅਸੀਂ ਅਫੋਰਡ ਨਹੀਂ ਕਰਦੇ ਪੰਜਾਬ ਵਾਲੇ। ਪਰ ਸਲਾਹ ਤੇ ਕੋਈ ਸਲਾਹ ਤੇ ਹੈ ਕਿ ਵੇਖੋ, ਪੰਜਾਬ ਦੇ ਵਿੱਚ ਜਦੋਂ ਉਹਨਾਂ ਨੇ, ਕਿਉਂਕਿ ਸਾਡੇ ਸਾਹਮਣੇ ਹੈਗੀ ਆ ਜਿਹੜਾ ਮਾਡਲ ਸਾਡੇ ਤੇ ਲਾਗੂ ਕਰਨਾ ਚਾਹੁੰਦੇ ਆ, ਇਹ ਬਹੁਤ ਚਿਰ ਪਹਿਲਾਂ ਬਿਹਾਰ ਤੇ ਲਾਗੂ ਕੀਤਾ ਹੋਇਆ। ਬਿਹਾਰ 'ਚ ਫੇਲ ਹੋ ਗਿਆ। ਬਿਹਾਰ ਦਾ 10 ਏਕੜ ਦਾ ਕਿਸਾਨ ਹੈ, ਉਹ ਪੰਜਾਬ 'ਚ ਆ ਕੇ ਕਿਸਾਨ ਦੀ ਮਜ਼ਦੂਰੀ ਕਰ ਰਿਹਾ ਹੈ। ਦੁਨੀਆ ਵਿੱਚ ਹੀ ਫੇਲ ਹੋ ਚੁੱਕਾ ਹੈ ਮਾਡਲ ਫੇਲ ਹੋ ਚੁੱਕਾ ਹੈ। ਤੇ ਇਹਦੇ ਵਿੱਚ ਪੰਜਾਬ ਦਾ ਪੰਜਾਬ ਦੇ ਜਿਹੜਾ ਇਹ ਕਿਸਾਨ ਹੈ ਜਾਂ ਕੋਈ ਵੀ ਪੰਜਾਬੀ ਹੈ, ਸਮੁੱਚਾ ਪੰਜਾਬੀ ਹੈ, ਉਹਨੂੰ ਲੱਗਦਾ ਕਿ ਸਾਡਾ ਭਵਿੱਖ ਉਹਨਾਂ ਵਾਲਾ ਹੋ ਜਾਣਾ ਹੈ, ਬਿਹਾਰ ਵਰਗਾ ਹੋਏਗਾ। ਤੇ ਉਹਦੇ ਵਿੱਚ ਸਰਕਾਰ ਨੂੰ ਤਾਂ ਚਾਹੀਦਾ ਹੈ ਕਿ ਇੱਥੇ ਬੈਠ ਕੇ, ਜਿਸ ਤਰ੍ਹਾਂ ਇਹਨਾਂ ਨੇ ਅਸਾਮ ਵਿੱਚ ਕੁਛ ਏਰੀਏ ਨੂੰ ਸਪੈਸ਼ਲ ਜ਼ੋਨ ਐਲਾਨ ਕੀਤਾ ਆ, ਘੱਟੋ ਘੱਟ ਜਿਹੜੇ ਇੱਧਰ ਨਾਰਥ ਸਟੇਟ ਦੇ ਇਲਾਕੇ ਆ, ਜਿਹਦੇ ਵਿੱਚ ਹਰਿਆਣਾ, ਪੰਜਾਬ ਤੇ ਹੋਰ ਜਿੱਥੇ MSP ਲਾਗੂ ਹੈ, ਉੱਥੇ ਘੱਟੋ ਘੱਟ ਇਹ ਜਿਹੜੇ ਆ ਕਾਨੂੰਨ ਹੈ ਫਿਲਹਾਲ ਸਸਪੈਂਡ ਕਰਨੇ ਚਾਹੀਦੇ ਜੀ। ਤੇ ਕਿਉਂਕਿ ਜੇ ਟਕਰਾਅ ਸਮਾਜ ਦੇ ਵਿੱਚ ਇਸ ਤਰ੍ਹਾਂ ਦਾ ਚੱਲ ਪਿਆ, ਤੇ ਇਹਦੇ ਵਿੱਚ ਕੋਈ ਜਿਹੜਾ ਧਿਰ ਹੈ ਜਿਹੜੀ ਆ, ਜਿਸ ਤਰ੍ਹਾਂ ਕੱਲ ਵੀ ਕੋਸ਼ਿਸ਼ ਕੀਤੀ ਗਈ ਆ, BJP ਦਾ ਪ੍ਰਧਾਨ ਹੈ, ਉਹਦੇ ਤੇ ਕਾਰ ਤੇ ਹਮਲਾ ਹੋਇਆ, ਜਿਸ ਤਰ੍ਹਾਂ ਮੀਡੀਆ ਉਸਨੂੰ, ਮੀਡੀਆ ਦਾ ਇੱਕ ਹਿੱਸਾ ਜਿਹੜਾ ਨਰੇਟਿਵ ਸਿਰਜ ਰਿਹਾ ਆ, ਉਹ ਪੰਜਾਬ ਦੇ ਵਿੱਚ ਅਗਰ ਕੋਈ ਫਿਰਕੂ ਰੰਗਤ ਲੈ ਲੈਂਦਾ ਆ, ਤਾਂ ਉਹਦੀ ਕੀਮਤ ਪੰਜਾਬ ਨੂੰ ਬੜੀ ਔਖੀ ਦੇਣੀ ਪੈਗੀ। ਉਹ ਇਹੋ ਹੀ ਚਾਹੁੰਦੇ ਨੇ। ਤੇ ਅਸੀਂ ਪਹਿਲਾਂ ਵੀ ਵੇਖੋ, ਸੰਨ 47 ਦਾ ਜਿਹੜਾ ਅਸੀਂ ਨੁਕਸਾਨ ਹੋਇਆ, ਅਜੇ ਤੱਕ ਅਸੀਂ ਧਾਰਮਿਕ ਤੌਰ ਤੇ ਔਰ ਆਰਥਿਕ ਤੌਰ ਤੇ ਸਫਰ ਕਰ ਰਹੇ ਹਾਂ। ਜਿਹੜਾ ਸਾਡਾ ਵਪਾਰ ਹੈ, ਉਹ ਜਿਹੜਾ ਇੱਧਰ ਨੂੰ ਖੁੱਲਣਾ ਚਾਹੀਦਾ ਸੀਗਾ, ਜਿੱਥੋਂ ਸਾਡੀ ਜਿਹੜੀ ਇਕਨੋਮੀ ਹੈ ਜਿੱਥੇ ਖੜੀ ਹੈ, ਸਾਡੀ ਇਕਨੋਮੀ ਨੂੰ ਤਾਂ ਬਾਰਡਰ, ਇਹ ਜਿਹੜਾ ਪਾਕਿਸਤਾਨ ਦਾ ਬਾਰਡਰ ਖੁੱਲਣ ਵਾਲਾ ਹੈ, ਮਤਲਬ ਜੇ ਖੁੱਲੇਗਾ ਤਾਂ ਸਾਡੀ ਆਰਥਿਕਤਾ ਦੇ ਨਾਲ ਜੁੜੀ ਹੋਈ ਹੈ। ਨਹੀਂ, ਜਿਹੜਾ ਵਪਾਰ
ਬੰਬੇ ਰਾਹੀਂ ਹੋ ਰਿਹਾ ਹੈ ਤੇ ਅੱਗੇ ਵੀ ਹੋਣਾ ਹੈ, ਉਹ ਤਾਂ ਪਾਕਿਸਤਾਨ ਹਮੇਸ਼ਾ ਨਾਲ ਕਦੀ ਹੁੰਦਾ ਨਹੀਂ ਰਹਿੰਦਾ, ਹੋਣਾ, ਉਹ ਕਦੀ ਨਹੀਂ ਉਹ ਰੁਕਿਆ। ਬਾਹਰਲੀਆਂ ਬੰਦਰਗਾਹ ਤੋਂ ਹੁੰਦਾ ਹੈ ਤੇ ਉਹਦਾ ਜਿਹੜਾ ਨੁਕਸਾਨ ਹੈ ਪੰਜਾਬ ਸਮੁੱਚੇ ਪੰਜਾਬੀ ਹੈ ਜਿਹੜੇ ਜੀ ਸਮੁੱਚੇ ਪੰਜਾਬ ਨੂੰ ਨੁਕਸਾਨ। ਦੇ ਮੇਰਾ ਇੱਕ ਸਵਾਲ ਹੋਰ ਹੈ ਕਿ ਬਾਈਬਲ ਕਲਾਂ ਕਾਂਡ ਦੇ ਸੰਦਰਭ ਸਿੱਧਾ ਸੰਦਰਭ ਚ ਨਹੀਂ ਹੈ, ਪਰ ਉਹ ਜੁੜਿਆ ਵੀ ਇਸੇ ਨਾਲ ਹੀ ਹੋਇਆ। ਇੱਕ ਵਾਰ ਬਾਦਲ ਪਰਿਵਾਰ ਪਿੱਛੇ ਜਿਹੇ ਹਰਿਮੰਦਰ ਸਾਹਿਬ ਜਾ ਕੇ ਉਹਨਾਂ ਨੇ ਮੁਆਫੀ ਮੰਗੀ ਜਾਂ ਉਹਨਾਂ ਨੇ ਭੁੱਲਾਂ ਬਖਸ਼ਾਈਆਂ ਸਨ, ਉਹ ਭੁੱਲਾਂ ਕੀ ਸਨ ਉਹਨਾਂ ਦਾ ਜ਼ਿਕਰ ਕਿਤੇ ਨਹੀਂ ਸੀ। ਤਾਂ ਕੀ ਤੁਸੀਂ ਸਮਝਦੇ ਹੋ ਫਿਰ, ਜਦੋਂ ਕਿਉਂਕਿ ਤੁਸੀਂ ਬਾਦਲ ਪਰਿਵਾਰ ਦਾ ਨਾਂ ਲੈ ਹੀ ਦਿੱਤਾ ਕਿ ਉਹ ਸਾਰੇ ਕਾਸੇ ਦੇ ਪਿੱਛੇ ਨੇ, ਉਹ ਸੁਹਿਰਦ ਨਹੀਂ ਰਹੇ ਕਦੀ ਵੀ, ਸਾਰੀ ਸਿੱਖੀ ਤੇ ਉਹ ਕਬਜ਼ਾ ਵੀ ਕਰਕੇ ਰੱਖਣਾ ਚਾਹੁੰਦੇ ਨੇ, ਸ਼ਕਤੀਆਂ ਤੇ ਸਿੱਖੀ ਦਾ ਜਿਹੜਾ ਸ਼ਕਤੀ ਦੇ ਸਰੋਤ ਨੇ ਉਹਨਾਂ ਤੇ ਕਬਜ਼ਾ ਵੀ ਰੱਖਣਾ ਚਾਹੁੰਦੇ ਨੇ, ਤੇ ਉਹਨਾਂ ਨੇ ਜਾ ਕੇ ਹਰਿਮੰਦਰ ਸਾਹਿਬ ਮੁਆਫੀ ਮੰਗੀ, ਲੰਗਰ ਦੀ ਜਿਸ ਤਰ੍ਹਾਂ ਦੀ ਵੀ ਉਹਨਾਂ ਨੂੰ ਸੇਵਾ ਸੀ ਉਹ ਕੀਤੀ, ਪਰ ਉਹ ਭੁੱਲਾਂ ਨਹੀਂ ਦੱਸੀਆਂ ਕਿ ਉਹਨਾਂ ਨੇ ਕਾਹਦੀਆਂ ਕਿਹੜੀਆਂ ਭੁੱਲਾਂ ਬਖਸ਼ਾਉਣ ਦਾ ਯਤਨ ਕੀਤਾ। ਕੀ ਇਹ ਉਹੋ ਹੀ ਗੱਲ ਹੈ ਕਿ ਉਹ ਉਹਨਾਂ ਕਾਂਡਾਂ ਲਈ ਹੀ ਮੁਆਫੀ ਮੰਗ ਰਹੇ ਸੀ, ਜਾਂ ਇਹ ਤਪੋ ਰਾਜ ਰਾਜੋ ਨਰਕ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਕਹਿ ਗਏ ਉਹਨਾਂ ਨੂੰ ਉਹ ਸੱਚ ਹੁੰਦਾ ਜਾਪ ਰਿਹਾ? ਨਹੀਂ, ਇਹ ਤੁਹਾਡੇ ਵਾਲੀ ਗੱਲ ਵੀ ਠੀਕ ਹੈ, ਪਰ ਮੈਂ ਇਸ ਨੂੰ ਥੋੜੀ ਘਟਨਾ ਨਾਲ ਤੁਹਾਡੇ ਨਾਲ ਇਹ ਸਾਂਝੀ ਕਰਨਾ ਚਾਹੁੰਦਾ ਜੀ ਕਿ ਜਿਹੜਾ 78ਵਿਆਂ ਚ ਪੰਜਾਬ ਚ ਸੰਘਰਸ਼ ਚੱਲਿਆ ਸੀ, ਸਿੱਖ ਸੰਘਰਸ਼ ਚੱਲਿਆ ਸੀਗਾ ਜੀ, ਉਹਦੀ ਪ੍ਰਤੀਨਿਧਤਾ ਕਰਦੇ ਸੀ ਦਮਦਮੀ ਟਕਸਾਲ ਜੀ ਸੰਤ ਜਰਨੈਲ ਸਿੰਘ ਦੇ ਰੂਪ ਚ। ਉਹ ਇੱਕ ਸਿੱਖਾਂ ਦੇ ਧਾਰਮਿਕ ਕੇਂਦਰ ਮੰਨਿਆ ਜਾ ਰਿਹਾ ਸੀਗਾ, ਉਹਦਾ ਬਹੁਤ ਆਧਾਰ ਸੀਗਾ, ਤੇ ਇਸ ਸੰਘਰਸ਼ ਵਿੱਚ ਉਹਦੇ ਮੁਖੀ ਨੂੰ ਲੋਕਾਂ ਨੇ, ਸੰਗਤਾਂ ਨੇ ਧਰਨਿਆਂ ਚ ਨਹੀਂ ਸ਼ਾਮਲ ਹੋਣ ਦਿੱਤਾ ਜੀ। ਇਹ ਉਹਦੇ ਚ ਕੀ ਮਤਲਬ ਉਹਦਾ ਰੀਜ਼ਨ ਸੀ? ਕਿਉਂਕਿ ਉਹ ਪ੍ਰਕਾਸ਼ ਸਿੰਘ ਬਾਦਲ ਨਾਲ ਜੁੜੇ ਹੋਏ ਸੀ। ਜਿਹੜੀਆਂ ਸੰਸਥਾਵਾਂ ਪ੍ਰਕਾਸ਼ ਸਿੰਘ ਬਾਦਲ ਨਾਲ ਕਿਸੇ ਵੀ ਰੂਪ 'ਚ ਜੁੜੀਆਂ ਨੇ, ਸੰਗਤਾਂ ਦੇ ਵਿੱਚ, ਸਿੱਖਾਂ ਦੇ ਵਿੱਚ, ਲੋਕਾਂ ਦੇ ਵਿੱਚ ਉਹਨਾਂ ਦੀ ਭਰੋਸੇਯੋਗਤਾ ਖਤਮ ਹੋ ਗਈ ਹੈ ਜੀ। ਇਹ ਤਾਂ ਹੀ ਖਤਮ ਹੋਈ ਹੈ ਕਿ ਉਹਨਾਂ ਨੇ ਜਿਹੜੀਆਂ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਸੀਗੀ ਉਹਨਾਂ ਦੀ ਬੇਅਦਬੀ ਕੀਤੀ ਹੈ, ਤੇ ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਪੂਰਨ ਤੌਰ ਤੇ ਦੋਸ਼ੀ ਨੇ। ਭਾਵੇਂ ਉਹ ਲੰਗਰ ਦੀ ਸੰਸਥਾ ਹੋਵੇ, ਭਾਵੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਆਇਆ ਨਗਾਰ ਹੋਵੇ, ਭਾਵੇਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਮਸਲਾ ਹੋਵੇ, ਇਹ ਸਾਰੇ ਦੇ ਰੂਪ ਵਿੱਚ ਭਾਵੇਂ ਪੰਜਾਬ ਦੀ ਐਜੂਕੇਸ਼ਨ ਤੇ ਹੈਲਥ ਜਿਹੜੀ ਹੈ ਉਹਨੂੰ ਨਗਾਰ ਦੇ ਵਿੱਚ ਲੈ ਕੇ ਗਏ ਹੋਣ, ਕਿਉਂਕਿ ਜਿਹੜਾ ਐਜੂਕੇਸ਼ਨ ਪੰਜਾਬ ਦੀ ਜਿਹੜੀ ਹੈ ਜਿਸ ਥਾਂ ਤੇ ਲੈ ਗਏ ਆ ਉਹ ਵੀ ਬਹੁਤ, ਕਿਉਂਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਇਹ ਜਿਹੜਾ ਆ ਉਹ ਸਕੂਲ ਹੁਣ ਵਿਹੜਿਆਂ ਦੇ, ਸਰਕਾਰੀ ਸਕੂਲ ਵਿਹੜਿਆਂ ਦੇ ਸਕੂਲ ਰਹਿ ਗਏ ਆ। ਉਹਦੇ ਵਿੱਚ ਖਾਸ ਸਾਨੂੰ ਅਲਾਉ ਨਹੀਂ ਕਰਦੇ ਸ਼ਬਦ, ਪਰ ਅਸੀਂ ਕਿਉਂਕਿ ਗੁਰਮਤਿ ਅਨੁਸਾਰ ਅਸੀਂ ਸ਼ਬਦ ਵਰਤ ਨਹੀਂ ਸਕਦੇ, ਉਹ ਸਿਰਫ ਜਿਹੜੇ ਆ ਨਾ ਉਹ ਇੱਕ ਹਾਸ਼ੀਏ ਦੇ ਜਿਹੜੇ ਲੋਕ ਆ ਉਹਨਾਂ ਤੱਕ ਵਾਸਤੇ ਰਹਿ ਗਏ ਆ ਆਮ। ਤੇ ਇਹਨਾਂ ਨੇ ਤੁਸੀਂ ਜਿਹੜਾ ਇਹਨਾਂ ਦਾ ਪਿਛਲੇ ਦੌਰ ਦੇ ਵਿੱਚ ਰੋਸ ਰੈਲੀ ਦੇਖੀ ਹੈ, ਉਹਦਾ ਵਿਸ਼ਲੇਸ਼ਣ ਕਰੋ। ਉਹਦੇ ਵਿੱਚ ਕੌਣ ਸ਼ਾਮਲ ਹੋਇਆ? ਉਹ ਸ਼ਾਮਲ ਹੋਇਆ ਜਿਹਦੇ ਕੋਲ 20 ਲੱਖ ਦੀ ਗੱਡੀ ਹੈ, ਜਿਹਦੇ ਕੋਲ 10 ਲੱਖ ਦੀ ਕਾਰ ਹੈ। ਉਹ ਜਿਹੜਾ ਪੰਜਾਬ ਦਾ ਗਰੀਬ ਕਿਸਾਨ ਹੈ, ਜਿਹੜਾ ਸਾਈਕਲਾਂ ਤੇ ਜਾਂਦਾ ਆ, ਜਿਹੜਾ 2 ਏਕੜ ਤੋਂ ਘੱਟ ਹੈ, ਉਹ ਤਾਂ ਕਿਸਾਨ ਹੋ ਨਹੀਂ ਸਕਦਾ। ਜੇ ਉਹ ਕਿਸਾਨ ਤੁਹਾਡੀ ਰੈਲੀ ਚ ਆਇਆ ਸੀ, ਫਿਰ ਤਾਂ ਪੰਜਾਬ ਦੇ ਕਿਸਾਨ ਬਹੁਤ ਖੁਸ਼ਹਾਲ ਨੇ, ਅਮਰੀਕਾ ਦੇ ਕਿਸਾਨਾਂ ਨਾਲੋਂ ਵੀ ਬਹੁਤ ਖੁਸ਼ਹਾਲ ਨੇ ਜੇ ਅਸੀਂ ਉਹਨਾਂ ਤੋਂ ਅੰਦਾਜ਼ਾ ਲਾਈਏ। ਤੇ ਦੂਜਾ ਉਹ ਤੁਹਾਡੀ ਜਿਹੜੀ ਜਿਹਦੇ ਤੁਸੀਂ ਵਾਰਸ ਹੋ ਉਹਦੀ ਵੀ ਪ੍ਰਤੀਨਿਧਤਾ ਨਹੀਂ ਕਰਦੇ, ਕਿਉਂਕਿ ਗੁਰੂ ਦੇ ਮੋਰਚਿਆਂ ਦੇ ਜਿਹੜੇ ਅਕਾਲੀ ਸੀ ਉਹ ਤੇ ਜਦੋਂ ਹੋਸ਼ ਆਉਂਦੀ ਸੀ ਦੁਬਾਰਾ ਫਿਰ ਖੜੇ ਹੋ ਜਾਂਦੇ ਸੀ ਡਾਂਗਾ ਖਾ ਕੇ। ਤੁਸੀਂ ਇੱਥੇ ਜਿਹੜੇ ਤੁਹਾਡੇ ਅੱਜ ਦੇ ਜਰਨੈਲ ਨੇ, ਮੈਂ NK ਸ਼ਰਮਾ ਹੋਇਆ ਜਾਂ ਦੂਸਰੀ ਕਿਸਮ ਦੇ ਲੋਕ ਨੇ, ਉਹ ਲੋਕ ਤਾਂ 30 ਸੈਕਿੰਡ ਹੈ ਜਿਹੜੀ ਚੰਡੀਗੜ੍ਹ ਦੀ ਪੁਲਿਸ ਨੇ ਜਦੋਂ ਲਾਠੀ ਚਾਰਜ ਕੀਤਾ ਤਾਂ 30 ਸਕਿੰਟ ਸਭ ਕੁਝ ਆਪਣਾ ਵਲੇਟ ਕੇ ਜਾ ਚੁੱਕੇ ਸੀਗੇ। ਤਾਂ ਸਾਰੀ ਜਿਹੜੀ ਇਹਨਾਂ ਦੀ ਐਜੀਟੇਸ਼ਨ ਹੋਈ ਹੈ ਉਹ 45 ਮਿੰਟ ਦੀ ਬਣਦੀ ਆ, ਉੱਥੋਂ ਗ੍ਰਿਫਤਾਰੀ ਕਰਨ ਤੋਂ ਲੈ ਕੇ ਤੇ ਸਾਰਾ ਪੁਲਿਸ ਪ੍ਰੋਸੈਸ ਘਰ ਜਾਣ ਤੱਕ। ਤਾਂ ਇਹ ਕਿਸ ਤਰ੍ਹਾਂ ਦੀ ਕੁਰਬਾਨੀ ਹੋ ਸਕਦੀ ਹੈ, ਇਹ ਸਾਰੇ ਪੰਜਾਬੀ ਅੱਜ ਚੰਗੀ ਤਰ੍ਹਾਂ ਜਾਣਦੇ ਆ। ਹੁਣ ਇਹਨਾਂ ਦੇ ਘੱਟੋ ਘੱਟ ਇਸ ਫੈਮਿਲੀ ਦੇ, ਜੇ ਅਕਾਲੀ ਦਲ ਨੇ ਸਰਵਾਈਵ ਕਰਨਾ ਆ ਪੰਜਾਬ ਦੇ ਵਿੱਚ, ਤਾਂ ਇਸ ਫੈਮਿਲੀ ਨੂੰ ਪਾਸੇ ਹੋਣਾ ਪਏਗਾ ਲੀਡਰਸ਼ਿਪ ਤੋਂ, ਨਹੀਂ ਤਾਂ ਉਹ ਕੁਰਬਾਨੀ ਮੰਨੀ ਜਾਵੇ, ਇਹਨਾਂ ਦੀ ਉਹੀ ਜਿਹੀ ਕੁਰਬਾਨੀ ਦੇਣ। ਇਹਦਾ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਇਹ ਲੋਕ ਹੁਣ ਪੰਜਾਬ ਖਾਸ ਕਰਕੇ ਸਿੱਖ ਸੰਗਤ ਹੈ ਜਿਹੜੀ, ਉਹ ਤਾਂ ਧਰਨੇ ਲਾ ਕੇ ਬੈਠੀ ਇਹਨਾਂ ਦੇ ਖਿਲਾਫ ਜੀ। ਤੇ ਆਖਰੀ ਸਵਾਲ ਬਾਈਬਲ ਕਲਾਂ ਕਾਂਡ ਤੇ ਮੁੜ ਆਉਣੀ ਆ ਮੈਂ, ਕਿਵੇਂ ਇਨਸਾਫ ਮਿਲੇ ਲੋਕਾਂ ਨੂੰ? ਕਿਉਂਕਿ ਜਦੋਂ ਮਾੜੀਆਂ ਘਟਨਾਵਾਂ ਵਾਪਰਦੀਆਂ ਨੇ, ਬੇਅਦਬੀ ਜਿਹੀਆਂ ਜਾਂ ਲੋਕਾਂ ਦੇ ਸੰਘਰਸ਼ਾਂ ਨੂੰ ਤਾਰ ਪੀੜੋ ਕਰਨ ਦੇ ਯਤਨ ਕੀਤੇ ਜਾ ਰਹੇ ਨੇ, ਕੀਤੇ ਜਾਂਦੇ ਨੇ ਇਹੋ ਜਿਹਾ ਕੁਝ ਕਰਕੇ, ਤਾਂ ਆਮ ਲੋਕ ਹਾਰਦੇ ਨੇ, ਕਿਰਤੀ ਲੋਕ ਹਾਰਦੇ ਨੇ, ਸਧਾਰਨ ਲੋਕ ਜਿਹੜੇ ਮਿਹਨਤ ਕਰਕੇ ਆਪਣਾ ਰੋਟੀ ਰੋਜ਼ੀ ਚਲਾਉਂਦੇ ਨੇ, ਤੇ ਉਹਨਾਂ ਵਿੱਚ ਇਹੋ ਜਿਹਾ ਝੂਠ, ਦੰਭ ਤੇ ਪਖੰਡ ਨਹੀਂ ਹੁੰਦਾ। ਤੇ ਉਹ ਆਮ ਲੋਕਾਂ ਦਾ ਵਾਰ-ਵਾਰ ਹਾਰਨਾ ਦੁਖਦਾਈ ਹੈ। ਤੇ ਬਾਈਬਲ ਕਲਾਂ ਕਾਂਡ
ਬਰਗਾੜੀ ਕਾਂਡ, ਇਹਨਾਂ ਸਾਰੇ ਕਾਂਡਾਂ ਵਿੱਚ ਨਿਆਂ ਕਿਵੇਂ ਮਿਲੇ, ਕਿਵੇਂ ਕੀ ਹੋਵੇਗਾ ਤੁਹਾਡੀ ਜਾਂਚੇ? ਦਵਿੰਦਰ ਜੀ, ਮੈਨੂੰ ਇਤਿਹਾਸ 'ਚ ਥੋੜਾ ਜਿਹਾ ਇਹ ਲੱਗਦਾ ਹੈਗਾ ਕਿ ਸਿੱਖਾਂ ਦੀ ਜਿਹੜੀ ਪ੍ਰੈਕਟਿਸ ਹੈ, ਇਤਿਹਾਸ ਹੈ, ਉਹਦਾ ਇੱਕ ਵੱਖਰਾ ਨਜ਼ਰੀਆ ਹੈ। ਜਦੋਂ ਸਿੱਖਾਂ ਦੇ 25 ਜਿਹੜਾ ਵੱਡੇ ਘੱਲੂਘਾਰੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸ਼ਹੀਦ ਹੋਏ, ਹੋਰ ਵੀ ਮੁਗਲ ਸਰਕਾਰ ਨਾਲ ਇੱਕ ਟਕਰਾ ਰਿਹਾ, ਪਠਾਣਾ ਨਾਲ ਵੀ ਟਕਰਾ ਰਿਹਾ, ਸਿੱਖਾਂ ਦਾ ਜਿਹੜਾ ਰਿਸਪੌਂਸ ਹੁੰਦਾ ਸੀ ਨਿਆਂ ਨੂੰ ਲੈ ਕੇ, ਉਹ ਕਦੀ ਉਹਨਾਂ ਦੇ ਦਰਬਾਰ 'ਚ ਨਹੀਂ ਸੀ ਅਰਜ਼ੀ ਲੈ ਕੇ ਜਾਂਦੇ ਕਿ ਸਾਡੇ ਨਾਲ ਬੇਇਨਸਾਫੀ ਹੋ ਗਈ, ਸਾਡੇ ਜਿਹੜੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਤਾ ਆ, ਸਾਡੇ ਇੰਨੇ ਸਿੱਖ 40 ਮੁਕਤੇ ਸ਼ਹੀਦ ਹੋ ਗਏ ਆ। ਇਹ ਤੇ ਹੁਣ ਜਿਹੜਾ ਸਟੇਟਲੈਸ ਨੇ ਸਿੱਖ ਪੰਜਾਬ ਦੇ ਵਿੱਚ, ਉਹਨਾਂ ਦੀ ਆਪਣੀ ਸਟੇਟ ਨਹੀਂ ਹੈਗੀ। ਇਸ ਕਰਕੇ ਇਹ ਵੱਡੀ ਸਟੇਟ ਦਾ ਫਰਜ਼ ਬਣਦਾ ਹੈ, ਖਾਸ ਕਰਕੇ ਕੇਂਦਰ ਦਾ ਬਣਦਾ ਹੈ ਕਿ ਜੇ ਪੰਜਾਬੀਆਂ ਨੂੰ ਇਸ ਖਿੱਤੇ ਦੇ ਵਿੱਚ ਸ਼ਾਂਤ ਤਰੀਕੇ ਨਾਲ ਰਹਿਣ ਦੇਣਾ ਆ, ਇੱਥੇ ਤੁਸੀਂ ਸ਼ਾਂਤੀ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਇਨਸਾਫ ਦਿਓ। ਜੇ ਤੁਸੀਂ ਇਨਸਾਫ ਨਾ ਦਿੱਤਾ ਤਾਂ ਉਹ ਜਿਹੜੀਆਂ ਧਿਰਾਂ ਤੁਹਾਡੇ ਕਨਸਟੀਟਿਊਸ਼ਨ ਤੇ ਵਿਸ਼ਵਾਸ ਨਹੀਂ ਰੱਖਦੀਆਂ, ਤੁਹਾਡੇ ਸਿਸਟਮ ਤੇ ਵਿਸ਼ਵਾਸ ਨਹੀਂ ਰੱਖਦੀਆਂ, ਉਹਨਾਂ ਦਾ ਜਿਹੜਾ ਧਿਰ ਹੈ ਉਹ ਮਜਬੂਰ ਹੋਏਗੀ ਤੇ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹ ਜਿਹੜਾ ਆ ਸ਼ਾਂਤਮਈ ਪ੍ਰੋਗਰਾਮ ਤੋਂ ਦੂਜੇ ਪ੍ਰੋਗਰਾਮ 'ਚ ਜਾਊਗਾ। ਉਹਦੇ 'ਚ ਸਿੱਖ ਸੁਸਾਇਟੀ ਦਾ ਵੀ ਬਹੁਤਾ ਨੁਕਸਾਨ ਹੋਊਗਾ, ਕਿਉਂਕਿ ਜੇ ਤੁਸੀਂ ਸਟੇਟ ਦੇ ਬੜੇ ਭਿਆਨਕ ਰੂਪ ਨੇ, ਸਟੇਟ ਬੜੀ ਪਾਵਰਫੁਲ ਹੈ ਤੇ ਉਹਦਾ ਜਾਨੀ ਮਾਲੀ ਨੁਕਸਾਨ ਪੰਜਾਬੀਆਂ ਦਾ ਬਹੁਤ ਵੱਡੇ ਪੱਧਰ ਤੇ ਹੋਏਗਾ। ਸੋ ਇਸ ਕਰਕੇ ਸਟੇਟ ਦੇ ਚਰਨਾਂ 'ਚ ਜਿਹੜੀ ਬੇਨਤੀ ਹੈ, ਮੈਂ ਅਪੀਲ ਕਰਦਾ ਕਿ ਇਨਸਾਫ ਦਿਵਾਓ। ਜੇ ਮੈਸੇਜ ਚਲਿਆ ਗਿਆ ਸਿੱਖ ਜਗਤ ਦੇ ਵਿੱਚ ਕਿ ਇਨਸਾਫ ਨਹੀਂ ਹੁੰਦਾ, ਇਹ ਵੀ ਉਸ ਲਿਸਟ 'ਚ ਸ਼ਾਮਲ ਹੋ ਗਿਆ ਜਿਹੜੀ ਪਿਛਲੀ 1947 ਤੋਂ ਲਿਸਟਾਂ ਜਿਹੜੀਆਂ ਬਣੀਆਂ ਹੋਈਆਂ ਸਿੱਖ ਪੰਜਾਬੀਆਂ ਦੀਆਂ, ਤੇ ਇਹਦੇ ਵਿੱਚ ਸ਼ਾਮਲ ਹੋਇਆ। ਇਹ ਬੜਾ ਜਿਹੜਾ ਘਾਤਕ ਸਿੱਧ ਹੋਏਗਾ ਸਾਡੇ ਵਾਸਤੇ। ਸੋ ਬਹਿਬਲ ਕਲਾਂ ਕਾਂਡ ਦੇ 5 ਸਾਲ ਹੋ ਚੁੱਕੇ ਨੇ ਤੇ ਹਾਲੇ ਨਿਆਂ ਕਿਤੇ ਨੇੜੇ ਤੇੜੇ ਵੀ ਨਹੀਂ ਹੈ। ਸੱਤਾ, ਕੋਈ ਵੀ ਧਿਰ ਸੱਤਾ ਵਿੱਚ ਹੋਵੇ, ਉਹ ਆਪੋ ਆਪਣੇ ਦਾਅ ਪੇਚ ਖੇਡ ਰਹੀ ਹੈ। ਚੋਣਾਂ 'ਚ 1.5 ਸਾਲ ਹੀ ਰਹਿ ਗਿਆ ਪੰਜਾਬ ਵਿੱਚ, ਤੇ ਦੇਖਦੇ ਹਾਂ ਕਦੋਂ ਕੋਈ ਸਰਕਾਰ ਫਿਰ ਸਿਰ ਚੁੱਕਦੀ ਹੈ, ਕੋਈ ਧਿਰ ਸਿਰ ਫਿਰ ਚੁੱਕਦੀ ਹੈ ਕਿ ਅਸੀਂ ਇਨਸਾਫ ਕਰਦੇ ਹਾਂ। ਪਰ ਉਦੋਂ ਤੱਕ ਲੋਕਾਂ ਨੂੰ ਇਨਸਾਫ ਦੀ ਆਸ ਰਹੇਗੀ। ਡਾਕਟਰ ਖੁਸ਼ਹਾਲ ਸਿੰਘ ਜੀ, ਤੁਸੀਂ ਸਾਨੂੰ ਆਪਣਾ ਬਹੁਤ ਕੀਮਤੀ ਸਮਾਂ ਦਿੱਤਾ ਹੈ, ਤੁਹਾਡਾ ਬਹੁਤ ਧੰਨਵਾਦ। ਅੱਗੇ ਤੋਂ ਵੀ ਤੁਹਾਡੇ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ ਜੀ। ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।